खास खबरां ते ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅੰਮ੍ਰਿਤਸਰ ਵਿਖੇ ਕਾਂਗਰਸੀ ਆਗੂਆਂ ਤੇ ਸਾਬਕਾ ਵਿਧਾਇਕਾਂ ਤੇ ਮੰਤਰੀਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਆਉਂਦੀਆਂ ਚੋਣਾਂ ਵਿੱਚ ਮੁੜ ਕਾਂਗਰਸ ਭਾਰੀ ਬਹੁਮਤ ਨਾਲ ਜਿੱਤ ਸਕੇ। ਦੱਸਣਯੋਗ ਹੈ ਕਿ ਸਾਬਕਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਸ ਮੀਟਿੰਗ ਵਿੱਚ ਨਹੀਂ ਪੁੱਜੇ ਹਨ ਅਤੇ ਉਹ ਆਪਣੇ ਘਰ ਵਿੱਚ ਹੀ ਮੌਜੂਦ ਸਨ। ਗੁਰੂ ਰਾਮਦਾਸ ਜੀ ਦੀ ਅੱਜ ਨਗਰੀ ਦੇ ਵਿੱਚ ਆਇਆ ਸੀ ਬੰਦ ਤੋਂ ਬਾਅਦ ਸਵੇਰ ਨਤਮਸਤਕ ਹੋਏ ਅਸੀਂ ਹਰਿਮੰਦਰ ਸਾਹਿਬ ਜਾ ਕੇ ਤੇ ਹੁਣ ਮੈਂ ਸਾਡੇ ਲੀਡਰ ਸਾਹਿਬਾਨ ਓਮ ਪ੍ਰਕਾਸ਼ ਜੀ ਸੋਨੀ ਸਾਹਿਬ ਜਿਨ੍ਹਾਂ ਦਾ ਬਹੁਤ ਤਜਰਬਾ ਹੈ ਜ਼ਿੰਦਗੀ ਦਾ ਔਰ ਸਿਆਸਤ ਦੇ ਵਿੱਚ ਸਾਡੀ ਉਨੀ ਉਮਰ ਨਹੀਂ ਹੈ ਜਿੰਨਾ ਤਜਰਬਾ ਹੈ, ਸੋ ਉਹਨਾਂ ਕੋਲੇ ਆਸ਼ੀਰਵਾਦ ਲੈਣ ਵਾਸਤੇ ਉਹਨਾਂ ਦੀਆਂ ਬਲੇਸਿੰਗਸ ਲੈਣ ਵਾਸਤੇ ਇੱਥੇ ਪਹੁੰਚੇ। ਸੋ ਮੈਨੂੰ ਉਮੀਦ ਹੈ ਕਿ ਇਹਨਾਂ ਦੀਆਂ ਬਲੇਸਿੰਗਸ ਦੇ ਨਾਲ ਜਿਹੜਾ ਇਹ ਔਖਾ ਸਮਾਂ ਹੈ ਇਹਨੂੰ ਅਸੀਂ ਸੌਖਾ ਬਣਾ ਲਾਂਗੇ, ਸੌਖਾ ਕਰ ਨਹੀਂ ਜੀ, ਮੈਂ ਸਿੱਧੂ ਸਾਹਿਬ ਨੂੰ ਟੈਲੀਫੋਨ ਕੀਤਾ ਸੀਗਾ ਪਰ ਉਹ ਪਤਾ ਲੱਗਿਆ ਉਹਨਾਂ ਨੇ ਦੱਸਿਆ ਕਿ ਉਹ ਅੱਜ ਸਮਰਾਲੇ ਜਾ ਰਹੇ ਨੇ, ਉੱਥੇ ਸਰਦਾਰ ਅਮਰੀਕ ਸਿੰਘ ਜੀ ਦੇ, ਇਸ ਕਰਕੇ ਮੇਰਾ ਜਾਣਾ ਨਹੀਂ ਹੋਇਆ। ਸੋ ਮੈਂ ਡਿਊਟੀ ਲਾਈ ਹੈ, ਜੇ ਮੈਡਮ ਦੀ ਉਹਨਾਂ ਦੀ ਤਬੀਅਤ ਠੀਕ ਹੋਈ ਉਹ ਮਿਲਣਯੋਗ ਹੋਏ ਤਾਂ ਉਹਨਾਂ ਕੋਲ ਜ਼ਰੂਰ ਹਾਜ਼ਰੀ ਲਾ ਕੇ ਆਵਾਂ। ਅਸੀਂ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਾਂਗਰਸ ਹੈ ਹੁਣ ਇਕਜੁੱਟ ਦਿਖਾਈ ਦੇਵੇਗੀ। ਇਸ ਦਾ ਕਾਰਨ ਮੈਂ ਤਾਂ ਪੁੱਛ ਰਿਹਾ ਕਿਉਂਕਿ 2022 ਦੇ ਵਿੱਚ ਕਿਤੇ ਨਾ ਕਿਤੇ ਖਮਿਆਜ਼ਾ ਭੁਗਤਣਾ ਪਿਆ ਹੈ। ਹਾਂਜੀ, ਮੈਨੂੰ ਲੱਗਦਾ ਹੈ ਜੀ ਕਿ ਨੁਕਸਾਨ ਹੋਇਆ, ਸਾਨੂੰ ਕਾਫੀ ਚੀਜ਼ਾਂ ਦਾ ਨੁਕਸਾਨ ਹੋਇਆ, ਜਿਹਦੇ ਵਿੱਚੋਂ ਇੱਕ ਮੈਨੂੰ ਲੱਗਦਾ ਕਿ ਆਪਸ ਦੀ ਜਿਹੜੀ ਧੜੇਬਾਜ਼ੀ ਸੀ ਉਹਦਾ ਵੀ ਸਾਨੂੰ ਨੁਕਸਾਨ ਹੋਇਆ। ਕੋਸ਼ਿਸ਼ ਕਰਾਂਗਾ, ਇਹ ਮੇਰੀ ਡਿਊਟੀ ਬਣਦੀ ਹੈ ਕਿ ਮੈਂ ਹਰ ਤਰੀਕੇ ਦੇ ਨਾਲ ਪ੍ਰਧਾਨਗੀ ਇੱਕ ਪਾਸੇ ਛੱਡ ਕੇ ਆਪਦੇ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਇਸ ਪਾਰਟੀ ਦੇ ਵਿੱਚ ਖੂਨ ਪਸੀਨਾ ਆਪਦਾ ਇੱਕ ਕੀਤਾ, ਕਈ ਸਾਲ ਦਿੱਤੇ ਹੈ, ਆਪਦੇ ਸਾਥੀਆਂ ਨੂੰ ਨਾਲ ਲੈ ਕੇ ਚੱਲਾਂ। ਜੇ ਕਿਸੇ ਦੇ ਗੁੱਸੇ ਗਿਲੇ ਵੀ ਨੇ ਤਾਂ ਮੇਰਾ ਫਰਜ਼ ਬਣਦਾ ਹੈ, ਕਿਉਂਕਿ ਮੈਨੂੰ ਪਾਰਟੀ ਦਾ ਪ੍ਰਧਾਨ ਨਿਯੁਕਤ ਕੀਤਾ ਹੈ, ਕਿ ਮੈਂ ਉਹਨਾਂ ਕੋਲੇ ਬੈਠ ਕੇ ਉਹਨਾਂ ਦੇ ਗਿਲੇ ਸ਼ਿਕਵੇ ਸੁਣਾ ਤੇ ਉਹਨਾਂ ਦੀ ਤਸੱਲੀ ਜਿਹੜੀ ਹੈ ਉਹ ਕਰਾ ਕੇ ਅਸੀਂ ਪਾਰਟੀ ਨੂੰ ਇਕਜੁੱਟ ਹੋ ਕੇ ਮਜ਼ਬੂਤ ਕਰੀਏ। ਸੋ ਮੈਨੂੰ ਲੱਗਦਾ ਹੈ ਕਿ ਅਗਰ ਅਸੀਂ ਆਪਦਾ ਘਰ ਠੀਕ ਕਰ ਲਿਆ ਤੇ ਸਾਨੂੰ ਕੋਈ ਦੁਨੀਆ ਦੀ ਤਾਕਤ ਮੁੜ ਦੁਬਾਰਾ ਸੱਤਾ ਸਰਕਾਰ 'ਚ ਵਾਪਸ ਆਉਣ ਤੋਂ ਰੋਕ ਨਹੀਂ ਸਕੇ। ਇਹ ਦੱਸੀ ਗਵਰਨਰ ਸਾਹਿਬ ਨੂੰ ਕਿ 8 ਸਾਲਾਂ ਦੀ ਤੁਹਾਡੀ ਵੀ ਬਹੁਤ ਦਖਲਅੰਦਾਜ਼ੀ ਨੇ, ਤੁਸੀਂ ਵੀ ਬਾਰਡਰ ਸਿਕਿਉਰਿਟੀ ਫੋਰਸਿਸ ਦਾ ਏਰੀਆ ਵਧਾ ਦਿੱਤਾ ਗਿਆ ਹੈ, ਇਹਨਾਂ ਚੀਜ਼ਾਂ 'ਤੇ ਤੁਹਾਡੀ ਵੀ ਪ੍ਰੋਪਰ ਮੁਕੰਮਲ ਜ਼ਿੰਮੇਵਾਰੀ ਬਣਦੀ ਹੈ ਜਿੱਥੇ ਜਿੱਥੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਹਾਂ, ਅਸੀਂ ਇਹ ਗੱਲ ਮੰਨਦੇ ਹਾਂ ਕਿ ਨਸ਼ਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ, ਇਹਦੇ 'ਤੇ ਸਰਕਾਰਾਂ ਨੂੰ ਗੰਭੀਰਤਾ ਦੇ ਨਾਲ ਅਸੀਂ ਸੰਜੀਦਗੀ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ। ਬਹੁਤ ਵੱਡੀ ਅੱਗ ਸੀ, ਅਸੀਂ ਉਹਨੂੰ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਅਸੀਂ ਬੁਝਾ ਨਹੀਂ ਸਕੇ। ਉਮੀਦ ਕਰਾਂਗਾ ਕਿ ਹੁਣ ਸਰਕਾਰ, ਕਿਉਂਕਿ ਮੈਂਡੇਟ ਬਹੁਤ ਵੱਡਾ ਹੈ ਮਿਲਿਆ, 92 ਸੀਟਾਂ ਲੋਕਾਂ ਨੇ ਜਿਤਾ ਕੇ ਭੇਜਿਆ, ਲੋਕ ਬਦਲਾਅ ਚਾਹੁੰਦੇ ਸਨ, ਸਾਨੂੰ ਉਮੀਦ ਹੈ ਕਿ ਹੁਣ ਇਹਨਾਂ ਸਾਰੀਆਂ ਚੀਜ਼ਾਂ ਤੇ ਕੰਮ। ਰਾਜੇ ਜੀ, ਆਖਰੀ ਸਵਾਲ। ਜ਼ਿਲ੍ਹੇ ਦੇ ਕਸਬੇ ਘੁਮਾਣ ਨਜ਼ਦੀਕੀ 2 ਪਿੰਡ ਮੰਡ ਅਤੇ ਮੰਡਿਆਲਾ ਤੋਂ ਉਸ ਵੇਲੇ ਗਮਗੀਨ ਮਾਹੌਲ ਬਣ ਗਿਆ ਜਦੋਂ ਪਿੰਡਾਂ ਵਿੱਚ ਵਿਸਾਖੀ ਵੇਖਣ ਗਏ 2 ਨੌਜਵਾਨ ਬਿਆਸ ਦਰਿਆ ਵਿੱਚ ਨਹਾਉਂਦੇ ਸਮੇਂ ਤੇਜ਼ ਵਹਾਅ ਕਾਰਨ ਰੁੜ ਗਏ। ਬਿਆਸ ਦਰਿਆ ਵਿੱਚ ਅਜੇ ਤੱਕ ਦੋਵਾਂ ਨੌਜਵਾਨਾਂ ਦੀਆਂ ਮ੍ਰਿਤਕ ਦੇਹਾਂ ਬਰਾਮਦ ਨਹੀਂ ਹੋ ਪਾਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੋਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਕਤ ਦੋਵੇਂ ਨੌਜਵਾਨ 2 ਵੱਖ-ਵੱਖ ਜਗ੍ਹਾ ਤੇ ਨਹਾਉਣ ਲਈ ਬਿਆਸ ਦਰਿਆ ਵਿੱਚ ਵੜ ਗਏ। ਪਾਣੀ ਡੂੰਘਾ ਹੋਣ ਕਾਰਨ ਦੋਵੇਂ ਨੌਜਵਾਨ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਏ। ਹਾਂਜੀ, ਆ ਜਿਹੜਾ ਹਾਦਸਾ ਵਾਪਰਿਆ ਇਹ ਤੁਹਾਡਾ ਕੀ ਲੱਗਦਾ ਸੀਗਾ ਬੱਚਾ ਜਦੋਂ? ਇਹ ਭਾਂਜਾ ਸਾਡਾ ਹਾਂਜੀ, ਨਹਾਉਣ ਵਾਸਤੇ ਇੱਥੇ ਆਇਆ ਤੇ ਤਾਂ ਹਾਦਸਾ ਹੋ ਗਿਆ। ਤੇ ਕਿੰਨੇ ਕੁ ਟਾਈਮ ਨਾਲ ਇਹਦਾ ਹਾਦਸਾ ਵਾਪਰਿਆ? ਤਕਰੀਬਨ 1 ਵਜੇ ਦਾ ਟਾਈਮ। ਤੇ ਤੁਸੀਂ ਪ੍ਰਸ਼ਾਸਨ ਨਾਲ ਮਤਲਬ ਇਹਦੇ ਸੰਬੰਧ ਵਿੱਚ ਤਾਲਮੇਲ ਕੀਤਾ ਸੀ? ਕੀਤਾ, ਫੋਨ ਕੀਤਾ ਪਰ ਨਹੀਂ ਹੋਇਆ ਕੁਛ। ਸਰਕਾਰਾਂ ਨਾਗਰਿਕਾਂ ਨੂੰ ਬਿਜਲੀ, ਪਾਣੀ ਤੇ ਖਾਣਾ ਮੁਹੱਈਆ ਕਰਵਾਉਣ ਦੇ ਦਾਅਵੇ ਤਾਂ ਕਰਦੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋ ਰਹੀ ਹੈ। ਹਾਲੇ ਵੀ ਬਹੁਤ ਸਾਰੇ ਪਰਿਵਾਰ ਹਨ ਜੋ ਬਿਨਾਂ ਬਿਜਲੀ ਦੇ ਰਹਿਣ ਲਈ ਮਜਬੂਰ ਹਨ ਅਤੇ ਕੋਈ ਉਹਨਾਂ ਦੀ ਸਾਰ ਲੈਣ ਵਾਲਾ ਨਹੀਂ ਹੈ। ਖੰਨਾ ਦੇ ਕ੍ਰਿਸ਼ਨਾ ਨਗਰ ਇਲਾਕੇ ਵਿੱਚ ਇੱਕ ਬਜ਼ੁਰਗ ਜੋੜਾ 3 ਸਾਲਾਂ ਤੋਂ ਬਿਨਾਂ ਬਿਜਲੀ ਦੇ ਗੁਜ਼ਾਰਾ ਕਰਦਾ ਹੈ। ਮੋਮਬੱਤੀ ਦੀ ਰੋਸ਼ਨੀ ਸਹਾਰੇ ਬਜ਼ੁਰਗ ਮਾਤਾ ਰਾਤ ਦੇ ਹਨੇਰੇ ਵਿੱਚ ਰੋਟੀਆਂ ਬਣਾਉਂਦੀ ਹੈ। ਗਰਮੀ ਦੇ ਮੌਸਮ ਵਿੱਚ ਗਲੇ ਵਿੱਚ ਸੌਂਦੇ ਹਨ। ਮੁਹੱਲਾ ਵਾਸੀ ਇੱਕ ਹੋਰ ਬਜ਼ੁਰਗ ਨੇ ਦੱਸਿਆ ਕਿ ਬਾਬੂ ਰਾਮ ਤੇ ਕਮਲਾ ਦੇਵੀ ਚੱਲ ਫਿਰ ਨਹੀਂ ਸਕਦੇ। ਉਹ ਬਾਬੂ ਰਾਮ ਨੂੰ ਆਪਣੇ ਨਾਲ ਲੈ ਕੇ ਕਈ ਵਾਰ ਦਫ਼ਤਰਾਂ ਵਿੱਚ ਵੀ ਗਿਆ। ਸਾਬਕਾ ਮੰਤਰੀ ਗੁਰਕਿਰਤ ਕੋਟਲੀ ਕੋਲ ਵੀ ਗਏ, ਕੌਂਸਲਰ ਕੋਲ ਵੀ ਗਏ ਪਰ ਕਿਸੇ ਨੇ ਵੀ ਕੋਈ ਸਾਰ ਨਹੀਂ ਲਈ। ਹੁਣ ਆਪ ਵਿਧਾਇਕ ਕੋਲੋਂ ਆਸ ਹੈ। ਉਹਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਪਰਿਵਾਰ ਨੂੰ ਬਿਜਲੀ ਦੀ ਸਹੂਲਤ ਦਿੱਤੀ ਜਾਵੇ। ਬਾਬੂ ਰਾਮ ਜੀ
ਤੇ ਘਰ 'ਚ 3 ਸਾਲ ਤੋਂ ਲਾਈਟ ਨਹੀਂ, ਕੀ ਦਿੱਕਤ आई है, कदों कटिया गया मीटर? भाई जो दिक्कत यही है कि जब कनेक्शन कट गया, मीटर कट गया, पैसे नहीं जमा करा पाए, काट देने। मेरे को तो कोई पता नहीं था, हम बच्चे के मुंडे के गलती तेरे पर मतलब है, बिल पता ही नहीं लगे, बिल इनके यहाँ गायब करते रहा। जब भी 20,000 17,000 रुपया पता नहीं 20,000 हो गया तो वो कनेक्शन काट गए। कनेक्शन काट गए उसके बाद मीटर ले गए पट के। जी असी मैं बीमार मैं इतने परे रहन, तो किसी ने कहा भी कि भाई मतलब मीटर ना कटाओ और तो किसी नाल पैसे जमा करा दे, किसी तो मीटर नहीं भाई मीटर लगना औखा हो जाना, उन्हें कहा जरूर है मगर ये नहीं माने है जी। वो खाली करा कटा कुटो के यहाँ सब आप अपन दिल्ली चल गए, 6 रुपये के किराए तो नहीं चले गए हैं जी, आप अकेले रह गए सब जने। ਪਹਿਲਾਂ ਜਿਹੜੇ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਸੀ ਉਦੋਂ ਕਿਹਾ ਗਿਆ ਸੀ पहले किसी ने नहीं किया। पहले कहने से सवाल ये नहीं है कि जब वोटिंग टाइम पर आते हैं तब वो कहना जो काम होगा तो आधा काम होगा है, मकान भी बना के देवेंगे, नलका भी लगा के देवेंगे, दवाइयाँ भी पैसे तेन मिलेंगे, सारे मतलब वादे करते हैं। मगर वादे से बजाय कि वो तो ये भी नहीं देखा है कि देखा भला कि मर गए क्या आएगा, या पानी पींदे हैं या नहीं पींदे। ਕਿਸ ਤਰ੍ਹਾਂ ਗੁਜ਼ਾਰਾ ਕਰਦੇ ਹੋ ਫਿਰ फिर ਘਰ 'ਚ? गुजारा फिर दे होंगे, जैसे मिल गया तो ठीक है, नहीं मिले पर बैठे। ਹਨੇਰੇ 'ਚ लाइट जी पैसे खड़े थे, पैसे नहीं भरा पाया तो मुंडा मर गया, पैसे नहीं भरा पाया, फिर अगले ने काट दिया, फिर क्या करिए जब है ही नहीं कुछ मेरे को। ਤੁਹਾਨੂੰ ਕਦੇ ਬਿਜਲੀ ਮਾਫ ਨਹੀਂ ਹੋਈ? ना मैं गई थी दफ्तर एक बारी जब तुरदी थी, ਉੱਥੇ सारे ने की मिन्नता कर ली जितने बैठे थे गए अंदर बाहर, ਕਹਿੰਦੇ ਨਾ ਤੁਹਾਡਾ ਮਾਫ ਨਹੀਂ ਹੋਣਾ, ਤੁਸੀਂ ਤਿਵਾਰੀ ਕੀ ਜਾਤੀ, ਤੁਸੀਂ ਪੰਡਿਤਾ ਹੀ, ਅਸੀਂ ਨਹੀਂ ਮਾਫ ਕਰਨਾ। ਅਸੀਂ ਜੀ ਮਿੰਤਾ ਕਰਕੇ ਆ ਗਏ। 1000 रुपया जब मेरा खड़ा था वो जमा तो करा देन, ਉਹਦੇ ਬਾਅਦ ये कुछ हो गया मेरे नाल। ਤੇ ਜਦੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਹ ਕਹਿੰਦੇ ਸੀ ਜਿਹੜੇ ਮੀਟਰ ਕੱਟੇ ਹੋਏ ਨੇ ਦੁਬਾਰਾ ਲਾਓ ਗਰੀਬਾਂ ਦੇ, ਉਦੋਂ ਕੋਈ ਲਾਉਣ ਆਇਆ ਸੀ? ना जी कोई पूछन तक ही नहीं आवा, लावन तो बड़ी दूर पूछन नहीं आया कोई। हाँ कई बारी ਇੱਥੇ ਵੋਟਾਂ ਮੰਗੀ ਨਹੀਂ, ਅਸੀਂ ਇਹ ਕਹਿੰਦੇ ਵੋਟਾਂ ਦੇ ਦਿਓ, ਅਸੀਂ ਤੁਹਾਡਾ ਮੀਟਰ ਲਗਵਾ ਦੇਣਾ, ਤੁਹਾਡਾ ਆ ਕਹਿ ਦੇਣਾ, ਤੁਹਾਡੀ ਗਰੀਬੀ ਦੂਰ ਕਰ ਦੇਣਾ, ਤੁਹਾਡਾ ਕਮਰਾ ਪੱਕਾ ਬਣਵਾ ਦੇਣਾ। ਕਮਰੇ में ਖੜੀ ਖੜੀ ਕਹੀ ਗਏ ਕਿ ਕਮਰਾ ਗਿਰਦਾ ਤੇ, ਕਹਿੰਦੇ ਅਸੀਂ ਮੀਟਰ ਤੁਹਾਡਾ ਉਹ ਕਮਰਾ ਬਣਵਾ ਦੇਣਾ। ਕੋਈ ਪੁੱਛਣ ਵੀ ਨਹੀਂ ਆਇਆ, ਅੱਡਾ ਅੱਡਾ ਪਾਣੀ ਇੱਥੇ ਖੜਦਾ ਸੀ ਕਮਰੇ में, ਕੋਈ ਪੁੱਛਦਾ ਹੀ ਨਹੀਂ ਹੈਗਾ, ਮੁੜ ਕੇ ਨਹੀਂ ਆਉਂਦਾ। ਜਬ जीत ਜਾਂਦੇ, जब उनकी जीत ਹੋਈ ਜੱਜ ਪੁੱਛਦਾ ਹੀ ਨਹੀਂ। ਉਹਨਾਂ ਨੇ ਦੱਸਿਆ ਸੀਗਾ ਵੀ ਇਸ ਤਰ੍ਹਾਂ ਕਰਕੇ 3 ਸਾਲ ਹੋ ਗਏ ਬਿਜਲੀ ਦਾ ਕਨੈਕਸ਼ਨ ਕੱਟਿਆ ਹੋਇਆ, ਨਾ ਹੀ ਤਾਂ ਬਿਜਲੀ ਦਾ ਕਨੈਕਸ਼ਨ ਲਗਾ ਰਹੇ ਨੇ, ਵੀ ਇੰਨੀ ਬਹੁਤ ਦਿੱਕਤ 'ਚ ਰਹਿ ਰਹੇ ਨੇ। ਫਿਰ ਇਹਨਾਂ ਕੱਲ ਸ਼ਾਮੀ ਮੈਂ ਆ ਕੇ ਸਾਰਾ ਦੇਖ ਕੇ ਗਈ ਹਾਂ ਵੀ ਬਹੁਤ ਦਿੱਕਤ ਹੈ ਇਹਨਾਂ ਨੂੰ, ਹਨੇਰੇ ਦੇ ਵਿੱਚ ਕੰਮ ਕਰ ਰਹੇ ਨੇ। ਫਿਰ ਅੱਜ ਮੈਂ ਦੁਬਾਰਾ ਤੁਹਾਡੇ ਨਾਲ ਕੰਟੈਕਟ ਕੀਤਾ ਵੀ ਇਸ ਤਰ੍ਹਾਂ ਕਰਕੇ ਦਿੱਕਤ ਆ ਰਹੀ ਹੈ। ਫਿਰ ਉਸ ਤੋਂ ਬਾਅਦ 'ਚ ਹੁਣ ਤੁਸੀਂ ਆਏ, ਤੁਸੀਂ ਆਪ ਦੇਖ ਹੀ ਲਿੱਤਾ ਵੀ ਕਿੰਨੀ ਮੁਸ਼ਕਿਲ ਨਾਲ ਰਹਿ ਰਹੇ ਨੇ। ਪਰ ਹੁਣ ਆਮ ਆਦਮੀ ਪਾਰਟੀ ਸਰਕਾਰ ਹੈ। ਜ਼ਿਲ੍ਹਾ ਕਪੂਰਥਲਾ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਦੇਹ ਵਪਾਰ ਦੇ ਧੰਦੇ ਨੂੰ ਅੰਜਾਮ ਦੇਣ ਵਾਲੇ ਕੁਝ ਸਿਆਸੀ ਨੇਤਾ ਤੇ ਲੱਗੇ ਆਰੋਪਾਂ ਨੂੰ ਲੈ ਕੇ ਅੱਜ ਥਾਣਾ ਸਿਟੀ ਕਪੂਰਥਲਾ ਵਿਖੇ ਇੱਕ ਯੁਵਕ ਦੁਆਰਾ ਆਪਣੇ ਆਪ ਨੂੰ ਤੇਲ ਪਾ ਕੇ ਅੱਗ ਲਗਾ ਲਈ। ਹਾਲਾਤ ਇਸ ਕਦਰ ਨਾਜ਼ੁਕ ਹੋ ਗਏ ਕਿ ਇਸ ਵਿਅਕਤੀ ਵੱਲੋਂ ਆਪਣੇ ਆਪ ਨੂੰ ਅੱਗ ਲਗਾਈ ਗਈ ਸੀ ਤੇ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਮੁਹੱਲੇ ਵਾਸੀਆਂ ਦੁਆਰਾ ਥਾਣਾ ਸਿਟੀ ਕਪੂਰਥਲਾ ਅਤੇ ਫਿਰ ਸਿਵਲ ਹਸਪਤਾਲ ਕਪੂਰਥਲਾ ਦੇ ਬਾਹਰ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। ਜਾਵੇ ਜਿੱਥੇ ਮੇਰੇ ਬੰਦੇ ਦੇ ਪਿੱਛੇ ਹੋਏ ਆ, ਉਹਦੇ ਵਜ੍ਹਾ ਨਾਲ ਜਿਹੜੀ ਅੱਗ ਇਹਨਾਂ ਨੇ ਲਾਈ ਆ, ਮੈਂ ਤਾਂ ਇਨਸਾਫ ਲੈ ਕੇ ਉੱਠਣਾ, ਮੈਂ ਇੱਥੋਂ ਨਹੀਂ ਉਹਦਾ ਉੱਠਣਾ। ਇੱਕ ਮਿੰਟ ਜੀ, ਮੈਂ ਤੁਸੀਂ ਸਾਰੀ ਗੱਲ ਸਾਨੂੰ ਦੱਸੋ। ਨਾਮ ਕੀ ਤੁਹਾਡਾ? ਮੇਰਾ ਨਾਮ ਕਾਜਲ ਆ। ਕਾਜਲ, ਅੱਜ ਦੇ ਆਧਾਰ ਵਾਲਾ ਤੁਹਾਡਾ ਇੱਥੇ ਅੱਜ ਥਾਣੇ 'ਚ ਮਰਿਆ ਵਾ, ਕੀ ਸਾਰਾ ਮਾਮਲਾ ਸੀਗਾ? ਇਹਦਾ ਮਾਮਲਾ ਹੈਗਾ ਜਿਹੜੇ ਰਣਜੀਤ ਕੌਰ ਇਹਨੂੰ ਮੇਰੇ ਕੋਲ ਧੰਦਾ ਕਰਾਉਂਦੀ ਹੁੰਦੀ ਸੀਗੀ, ਅਸਲੇ ਦੇ ਸਿਰ ਤੇ ਮੇਰਾ ਬੱਚਾ ਮੇਰੇ ਛੋਟਾ ਜਿਹਾ ਦਾ ਕੋਲ ਰੱਖ ਕੇ, ਜੇ ਮੈਂ ਇਸ ਧੰਦੇ ਤੋਂ ਬਾਹਰ ਆਉਣਾ ਚਾਹੁੰਦੀ ਸੀਗੀ, ਮੇਰੇ ਬੰਦੇ ਨੇ ਮੇਰੇ ਨਾਲ ਸਟੈਂਡ ਲਿੱਤਾ। ਉਹਦਾ ਇਹੀ ਫਰਜ਼ ਸੀਗਾ ਮੈਨੂੰ ਸਟੈਂਡ ਲੈਂਦਾ, ਮੈਨੂੰ ਇਸ ਧੰਦੇ ਤੋਂ ਬਾਹਰ ਕੱਢਦਾ। ਜੇ ਉਹਨੇ ਇਹ ਕੱਢਣਾ ਚਾਹਿਆ, ਪਹਿਲਾਂ ਗੌਰਵ ਧੀਰ ਉਹਦੇ ਨਾਲ ਰਲ ਗਿਆ, ਇਹਨੇ ਪਰਚਾ ਨਹੀਂ ਕੱਟੇ, ਜੇ ਅਸੀਂ ਤਰਲੇ ਵਾਲਾ ਪਰਚਾ ਕਟਾਇਆ। ਜਿਹੜਾ ਨਵਾਂ SHO ਆ ਗਿਆ, 2 ਘੰਟੇ ਉਹਨੇ ਰੇਨੂ ਨੂੰ ਅੰਦਰ ਮਾਰ ਗਿਆ, ਅੱਜ ਰੇਨੂ ਦਾ ਹੋ ਗਿਆ SHO। ਮੈਨੂੰ ਗਾਲਾਂ ਕੱਢੀਆਂ SHO ਨੇ, ਜਿਹੜੇ ਗਾਲਾਂ ਕੱਢ ਕੇ ਕਹਿੰਦਾ ਜਾ ਮਰ ਜਾ ਜਿੱਥੇ ਮਰਨਾ। ਉੱਥੇ ਰਣਜੀਤ ਕੌਰ ਨੂੰ ਲਾਜੇਰੀਆਂ ਦਿੱਤੀਆਂ। ਸੁੰਦਰ ਨਗਰ ਮੇਰੇ ਕਾਲਰ ਦੇ ਪਿੱਛੇ ਲੱਗਿਆ, ਗੱਡੀ ਲੈ ਕੇ ਵਿਦਾਊਟ ਤੋਂ ਪ੍ਰੂਫ ਕਢਾ ਸਕਦੇ ਆ, ਉਹ ਪਿੱਛੇ ਲੱਗੇ। ਉਹਨਾਂ ਨੇ ਉੱਥੇ ਤੇਲ ਪਾ ਕੇ ਉਹਨੂੰ ਅੱਗ ਲਾ ਤੇ ਉਹਨੂੰ ਸਾੜ ਦਿੱਤਾ। ਉਹ ਭੱਜਾ ਸੀ ਥਾਣੇ ਆਇਆ, ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਹਨਾਂ ਦੇ ਕਲੇਜਾਂ ਨੂੰ ਠੰਡ ਪੈ ਗਈ। ਹੁਣ ਇਹਨਾਂ ਨੇ ਕਿਹਾ ਮੇਰਾ ਬੰਦਾ ਮਰਦਾ, ਜੋ ਕੁਝ ਹੁੰਦਾ ਇਹ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ, ਮਨੋਜ ਨਾਰ ਜ਼ਿੰਮੇਵਾਰ ਆ, ਰਣਜੀਤ ਕੌਰ ਰੇਨੂ ਦੀ ਗੈਂਗ ਜ਼ਿੰਮੇਵਾਰ ਆ। ਮੈਂ ਨਹੀਂ ਛੱਡਣਾ, ਮੈਂ ਇੱਥੇ ਹੀ ਬੈਠੀ ਆ। ਮੈਂ ਆਪਣੇ ਆਪ ਨੂੰ ਵੀ ਅੱਗ ਲਾਉਂਗੀ, मैं अपने बच्चे भी मारूंगी, जब मेरे को मारना होया मैं तो बच्चे भी मारूंगी, अपने आप में भी अग लाऊंगी। मैनू इंसाफ चाहिए और कुछ नहीं चाहिए, मैनू इंसाफ चाहिए वा।
ਲੁਧਿਆਣਾ ਮਿਸ਼ਨ ਸਮਾਈਲ NGO ਜਿਸ ਦਾ ਮਕਸਦ ਹੈ ਖੁਸ਼ੀਆਂ ਵੰਡਣਾ, ਅੱਜ ਉਸ ਦੇ 3 ਸਾਲ ਪੂਰੇ ਹੋ ਗਏ ਹਨ ਤੇ ਮਿਸ਼ਨ ਸਮਾਈਲ NGO ਪਿਛਲੇ 3 ਸਾਲਾਂ ਤੋਂ ਵੱਖਰੇ ਢੰਗ ਨਾਲ ਜ਼ਰੂਰਤਮੰਦਾਂ ਦੀ ਸੇਵਾ ਕਰਦਾ ਆ ਰਿਹਾ ਹੈ। ਅੱਜ ਬਾਲ ਭਵਨ ਸਰਾਭਾ ਨਗਰ ਵਿੱਚ ਇਸ ਦਾ ਤੀਸਰਾ ਜਨਮ ਦਿਵਸ ਮਨਾਇਆ ਗਿਆ। NGO ਦੀ ਪ੍ਰੈਜ਼ੀਡੈਂਟ ਸੋਨੀਆ ਛਾਬੜਾ ਤੇ ਵਾਈਸ ਪ੍ਰੈਜ਼ੀਡੈਂਟ ਮੰਜੂ ਸੇਠੀ ਨੇ ਦੱਸਿਆ ਕਿ ਇਸ ਅਵਸਰ ਤੇ ਵਿਸਾਖੀ ਦੀਆਂ ਰੌਣਕਾਂ ਦੇਖਣ ਨੂੰ ਮਿਲਦੀਆਂ ਹਨ ਤੇ ਇਸ ਮੌਕੇ ਬੱਚਿਆਂ ਵਿੱਚ ਵੀ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਹੈ। ਕਰੀਏ ਸਤਿਕਾਰ ਕੁੜੀਆਂ ਦਾ, ਕਰੀਏ ਸਤਿਕਾਰ ਕੁੜੀਆਂ ਦਾ, ਫਿਰ ਢੋਲ ਵਜਾਈਏ ਖੁਸ਼ੀਆਂ ਦਾ। ਸਤਿ ਸ਼੍ਰੀ ਅਕਾਲ ਜੀ, ਮੈਂ ਸੋਨੀਆ ਛਾਬੜਾ, ਪ੍ਰੈਜ਼ੀਡੈਂਟ ਆਫ ਮਿਸ਼ਨ ਸਮਾਈਲ NGO। ਅੱਜ ਅਸੀਂ ਮਿਲ ਕੇ ਵਿਸਾਖੀ ਦੀਆਂ ਖੁਸ਼ੀਆਂ ਤੇ ਕੰਜਕ ਪੂਜਨ ਕੀਤਾ ਹੈ ਪੂਰੀ ਮਿਸ਼ਨ ਸਮਾਈਲ ਫੈਮਿਲੀ ਨੇ, ਕਿਉਂਕਿ ਅੱਜ ਮਿਸ਼ਨ ਸਮਾਈਲ ਦਾ ਵੀ 3rd ਬਰਥਡੇ ਹੈ। ਔਰ ਅੱਜ ਅਸੀਂ ਬਾਲ ਭਵਨ ਦੇ ਵਿੱਚ ਬੱਚਿਆਂ ਦੇ ਨਾਲ ਜੋ ਕਿ ਜੇ ਆਪਣੇ ਮਾਪਿਓ ਦੇ ਪਿਆਰ ਤੋਂ ਵਾਂਝੇ ਨੇ, ਅੱਜ ਉਹਨਾਂ ਦੇ ਚਿਹਰਿਆਂ ਤੇ ਅਸੀਂ ਖੁਸ਼ੀਆਂ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੀ ਪਹਿਲੇ ਪੂਜਾ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਭੰਗੜੇ ਦੀ ਤਿਆਰੀ ਵੀ ਕਰਵਾਈ ਗਈ ਹੈ। ਉਹਨਾਂ ਨੂੰ ਕਾਫੀ ਦਿਨ ਤੋਂ ਡਾਂਸ ਸਿਖਾਇਆ ਗਿਆ ਹੈ। ਉਹਨਾਂ ਨੂੰ ਪੰਜਾਬੀ ਸੱਭਿਆਚਾਰ ਬਾਰੇ ਦੱਸਿਆ ਗਿਆ ਹੈ ਕਿ ਸਾਡਾ ਪੰਜਾਬੀ ਸੱਭਿਆਚਾਰ ਬਹੁਤ ਹੀ ਰਿਚ ਹੈ। ਔਰ ਉਹਨਾਂ ਦੀਆਂ ਡਰੈਸਿਸ ਵਗੈਰਾ ਕੀਤੀਆਂ, ਕੇਕ ਵੀ ਸਾਨੂੰ ਸਪਾਂਸਰ ਕੀਤਾ ਗਿਆ। ਮੈਂ ਥੈਂਕਸ ਕਰਨਾ ਚਾਹੁੰਦੀ ਹਾਂ ਸਾਰੀ ਮਿਸ਼ਨ ਸਮਾਈਲ ਫੈਮਿਲੀ ਦਾ, ਜਿਨ੍ਹਾਂ ਨੇ ਬੱਚਿਆਂ ਵਾਸਤੇ ਇੰਨੇ ਸੋਹਣੇ ਗਿਫਟ ਦਿੱਤੇ ਹੈ, ਕਿਉਂਕਿ ਬੱਚੇ ਅੱਜ ਬਹੁਤ ਖੁਸ਼ ਨੇ ਔਰ ਉਹਨਾਂ ਸਾਰੇ ਬੱਚਿਆਂ ਨੂੰ ਦੇਖ ਕੇ ਪੂਰੀ ਮਿਸ਼ਨ ਸਮਾਈਲ ਦੀ ਫੈਮਿਲੀ ਖੁਸ਼ ਹੈ। ਤੁਸੀਂ ਵੀ ਸਾਡੇ ਨਾਲ ਮਿਸ਼ਨ ਸਮਾਈਲ ਜੁਆਇਨ ਕਰੋ। ਇੱਦਾਂ ਹੀ ਛੋਟੀਆਂ ਖੁਸ਼ੀਆਂ ਵੰਡਦੇ ਰਹੀਏ ਤੇ ਇੱਦਾਂ ਹੀ ਹਰ ਤਿਉਹਾਰ ਔਰ ਹਰ ਫੈਸਟੀਵਲ ਨੂੰ ਅਸੀਂ ਔਰ ਆਪਣੇ ਤੁਹਾਡੇ ਬਰਥਡੇਜ਼ ਐਨੀਵਰਸਰੀਜ਼ ਨੂੰ ਵੀ ਇੱਦਾਂ ਹੀ ਸੈਲੀਬ੍ਰੇਟ ਕਰਦੇ ਰਹੀਏ ਤੇ ਆਪਣੇ ਬੱਚਿਆਂ ਨੂੰ ਸਮਝਾਈਏ ਕਿ ਪਿਆਰ ਔਰ ਨਫ਼ਰਤਾਂ ਤੋਂ ਦੂਰ ਹਟਣਾ ਤੇ ਪਿਆਰ ਦੇ ਨੇੜੇ ਜਾਣਾ ਹੈ ਤੇ ਇੱਦਾਂ ਹੀ ਖੁਸ਼ੀਆਂ ਵੰਡ ਕੇ ਅਸੀਂ ਹਰ ਤਰ੍ਹਾਂ ਪਿਆਰ ਦੀ ਖੁਸ਼ਬੂ ਫੈਲਾਣੀ ਹੈ। ਔਰ ਖਾਲਸਾ ਸਾਜਨਾ ਦਿਵਸ ਲਈ ਮੈਂ ਆਪ ਸਭ ਜੀ ਨੂੰ ਬਹੁਤ ਸਾਰੀਆਂ ਵਧਾਈਆਂ ਦੇਣੀਆਂ ਚਾਹੁੰਦੀ ਹਾਂ ਤੇ ਕਿਉਂਕਿ ਸਾਡਾ ਖਾਲਸਾ ਸਾਜਨਾ ਦਿਵਸ ਵੀ ਕੱਲ੍ਹ ਆ ਰਿਹਾ ਹੈ। ਹੈਪੀ ਵਿਸਾਖੀ ਟੂ ਆਲ ਆਫ ਯੂ। ਥੈਂਕ ਯੂ। ਹਾਂਜੀ, ਨਮਸਕਾਰ ਜੀ, ਮੈਂ ਹਾਂ ਪੂਨਮ ਮੰਗਾ, ਮਿਸ਼ਨ ਸਮਾਈਲ ਦੀ ਮੈਂਬਰ। ਮਿਸ਼ਨ ਸਮਾਈਲ ਦਾ ਮੇਨ ਮਕਸਦ ਹੈ ਕਿ ਸਾਰਿਆਂ ਦੇ ਚਿਹਰੇ 'ਤੇ ਖੁਸ਼ੀਆਂ ਲਿਆਉਣਾ। ਇਸ ਕਰਕੇ ਅੱਜ ਮਿਸ਼ਨ ਸਮਾਈਲ ਦਾ 3rd ਬਰਥਡੇ ਹੈ ਤੇ ਅਸੀਂ ਸਾਰਿਆਂ ਨੇ ਬੜੀ ਧੂਮਧਾਮ ਨਾਲ ਮਨਾਇਆ, ਨਾਲ ਵਿਸਾਖੀ ਸੈਲੀਬ੍ਰੇਟ ਕੀਤੀ, ਆਪਣਾ ਪੰਜਾਬੀ ਕਲਚਰ ਦਿਖਾਇਆ। ਇਹਨਾਂ ਸਾਰੇ ਬੱਚਿਆਂ ਨੂੰ ਤਿਆਰ ਕਰਕੇ ਇਹਨਾਂ ਨੂੰ ਗਿੱਧਾ ਭੰਗੜਾ ਸਭ ਸਿਖਾਇਆ ਤੇ ਕੰਜਕਾਂ ਬਿਠਾਈਆਂ ਨੇ। ਠੀਕ ਹੈ ਜੀ। ਹਾਂਜੀ, ਮੈਂ ਰਮਨ ਬੱਗਾ ਤੇ ਅੱਜ ਅਸੀਂ ਇੱਥੇ ਮਿਸ਼ਨ ਸਮਾਈਲ ਤੇ ਆਏ ਹਾਂ ਇਹਨਾਂ ਬੱਚਿਆਂ ਨਾਲ ਖੁਸ਼ੀਆਂ ਵੰਡਣ ਤੇ ਅੱਜ ਉਸਦਾ 3rd ਬਰਥਡੇ ਹੈ ਤੇ ਮੈਨੀ ਕੰਗ੍ਰੈਚੁਲੇਸ਼ਨਸ। ਐਵੇਂ ਹੀ ਇਹ ਅਸੀਂ ਹਰ ਸਾਲ ਮਨਾਉਂਦੇ ਰਹੀਏ ਤੇ ਇਹ ਅੱਗੇ ਵੱਧਦਾ ਫੁੱਲਦਾ ਰਵੇ ਤੇ ਅਸੀਂ ਆ ਕੇ ਇੱਥੇ ਇੰਜੋਏ ਕਰ ਸਕੀਏ ਸਭ ਬੱਚਿਆਂ ਨਾਲ ਤੇ ਉਹਨਾਂ ਨੂੰ ਖੁਸ਼ੀਆਂ ਦੇ ਸਕੀਏ। ਪੰਜਾਬ ਵਿੱਚ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਵੱਲੋਂ ਇੱਕ ਵਾਰੀ ਫਿਰ ਰੂਪਨਗਰ ਦੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਦੇ ਬਾਹਰ ਖਾਲਿਸਤਾਨ ਦੇ ਬੈਨਰ ਲਗਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਜੀ ਹਾਂ, ASP ਅਤੇ DC ਦਫ਼ਤਰ ਦੇ ਸਾਹਮਣੇ ਸ਼ਰਾਰਤੀ ਅਨਸਰਾਂ ਵੱਲੋਂ ਖਾਲਿਸਤਾਨ ਨੂੰ ਲੈ ਕੇ ਬੈਨਰ ਟੰਗ ਦਿੱਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਸ਼ਿਵ ਸੈਨਿਕ ਵੀ ਪਹੁੰਚ ਗਏ, ਜਿਸ ਤੋਂ ਬਾਅਦ ਸ਼ਿਵ ਸੈਨਿਕਾਂ ਨੇ ਘਟਨਾ ਦੀ ਨਿੰਦਿਆ ਕਰਦੇ ਹੋਏ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਅਸ਼ਵਨੀ ਸ਼ਰਮਾ ਜੀ, ਪ੍ਰਵਕਤਾ ਪੰਜਾਬ ਬਾਲਾ ਸਾਹਿਬ ਠਾਕਰੇ ਤੇ ਮੇਰੇ ਨਾਲ ਹੋਰ ਹਿੰਦੂ ਸੰਗਠਨ ਗਊ ਰਕਸ਼ਾ ਦਲ ਤੋਂ ਸਾਡੇ ਨਿਕਸਨ ਜੀ ਹੈ, ਕਪੂਰ ਜੀ ਹੈ ਤੇ ਹੋਰ ਸਾਡੇ ਲੋਕ ਬਹੁਤ ਇੱਥੇ ਆ ਰਹੇ ਹੈ। ਅਸੀਂ ਆਪ SSP ਸਾਹਿਬ ਨੂੰ ਫੋਨ ਕਰਿਆ ਤਾਂ ਹੁਣ ਬੈਕ ਕਾਲ ਆਈ ਹੈ ਰੀਡਰ ਸਾਹਿਬ ਦੀ। ਪ੍ਰਸ਼ਾਸਨ ਨੂੰ ਵੀ ਨਹੀਂ ਪਤਾ। ਦੇਖੋ ਕਿੱਡੀ ਦੁੱਖ ਦੀ ਘਟਨਾ ਹੈ ਔਰ ਆਏ ਦਿਨ ਜਿਹੜੀ ਹੈ ਮੈਂ ਸਮਝਦਾ ਵੀ ਜਿਹੜੀ ਆਮ ਆਦਮੀ ਪਾਰਟੀ ਬਿਲਕੁਲ ਫਲॉप ਹੋਈ ਹੈ। ਰੋਜ਼ ਗੈਂਗਵਾਰ, ਠੀਕ ਹੈ ਜੀ। ਬੀਤੇ ਦਿਨੀ ਤੁਸੀਂ ਦੇਖਿਆ ਵੀ ਖਾਲਿਸਤਾਨ ਦੇ ਝੰਡੇ ਲਾ ਕੇ ਉੱਥੇ ਹਿਮਾਚਲ ਨੂੰ ਜਾ ਰਹੇ ਸੀ, ਉੱਥੇ ਇਹਨਾਂ ਦੇ ਚਲਾਨ ਕੀਤੇ ਗਏ। ਔਰ ਇਹ ਤਾਂ ਮੈਂ ਸਮਝਦਾ ਵੀ ਇੱਕ ਅੱਜ ਇਹ ਖਾਲਿਸਤਾਨ ਦਾ ਝੰਡਾ ਲਾ ਕੇ ਜਿਹੜਾ ਹਿੰਦੂ ਸਮੁਦਾਇ ਨੂੰ ਡਰਿਆ ਜਾ ਰਿਹਾ। ਲੇਕਿਨ ਮੈਂ ਉਹਨਾਂ ਲੋਕਾਂ ਨੂੰ ਇੱਥੇ ਖੜ੍ਹ ਕੇ DC ਦਫ਼ਤਰ ਦੇ ਮੂਹਰੇ ਖੜ੍ਹ ਕੇ ਮੈਂ ਚੈਲੰਜ ਕਰ ਰਿਹਾ ਵੀ ਜਿਹੜੀ ਸ਼ਿਵ ਸੈਨਾ ਬਾਲਾ ਸਾਹਿਬ ਠਾਕਰੇ ਹੈ, ਸ਼ਿਵ ਸੈਨਾ ਹੈ, ਹਿੰਦੂ ਜਿੰਨੇ ਵੀ ਪੰਜਾਬ ਦੇ ਅਤਵਾਦ ਦੇ ਖਿਲਾਫ ਪਹਿਲਾਂ ਵੀ ਲੜਦੇ ਆਏ ਹੈ ਤੇ ਹੁਣ ਵੀ ਲੜਦੇ ਰਹਿਣੇ। ਖਾਲਿਸਤਾਨ ਮੁਰਦਾਬਾਦ ਰਹੂਗਾ ਤੇ ਮੁਰਦਾਬਾਦ ਹੀ ਰਹਿਣਾ। ਆਤੰਕਵਾਦ ਮੁਰਦਾਬਾਦ ਸੀ ਤੇ ਮੁਰਦਾਬਾਦ ਹੀ ਰਹਿਣਾ। ਇੱਕ ਪਾਸੇ ਤਾਂ ਇਹ ਭਾਈਚਾਰੇ ਦੀ ਗੱਲ ਕਰਦੇ ਤੇ ਦੂਸਰੇ ਪਾਸੇ ਆਹ ਲਾ ਕੇ ਕੀ ਸਿੱਧ ਕਰਨਾ ਚਾਹੁੰਦੇ। ਜੇ ਲਾਣਾ ਸੀ ਤਾਂ ਜਾ ਕੇ SSP ਸਾਹਿਬ ਦੇ ਪ੍ਰਸ਼ਾਸਨ ਦੇ ਨਾਲ ਗੱਲ ਕਰਕੇ ਨਾ ਉਹਨਾਂ ਦੀ ਹਿੱਕ 'ਚ ਵੱਜਦੇ ਫਿਰ ਪਤਾ ਲੱਗਦਾ। ਅਸੀਂ ਕਹਿੰਦੇ ਵੀ ਚਲੋ ਕਾਹਨੂੰ ਸਾਡਾ ਭਾਈਚਾਰਾ ਬਣਿਆ ਹੋਇਆ ਵੀ ਅਸੀਂ ਉਸ ਪਾਸੇ ਨੂੰ ਨਹੀਂ ਉਹ ਕਰਨਾ, ਠੀਕ ਹੈ। ਪਰ ਲੇਕਿਨ ਜਿਹੜਾ ਅੱਜ ਰੋਪੜ ਜ਼ਿਲ੍ਹੇ ਦੇ ਵਿੱਚ DC ਦਫ਼ਤਰ ਦੇ ਸਾਹਮਣੇ ਜਿਹੜਾ ਆਹ ਝੰਡਾ ਲਾਇਆ ਗਿਆ ਤੇ ਇਹ ਬਹੁਤ ਮੰਦਭਾਗੀ ਘਟਨਾ ਹੈ। ਸਰ, ਅੱਜ ਸਵੇਰੇ ਇੱਕ ਫੋਨ ਆਇਆ, ਜਿਸ ਤਰ੍ਹਾਂ ਹੁਣ ਪਤਾ ਲੱਗਿਆ ਕਿ ਅੱਜ DC ਦਫ਼ਤਰ ਦੇ ਬਾਹਰ ਔਰ SSP ਦਫ਼ਤਰ ਦੇ ਬਾਹਰ ਖਾਲਿਸਤਾਨ ਦਾ ਬੈਨਰ ਲਗਾਇਆ ਗਿਆ ਹੈ। ਉਹ ਵੀ ਵਿਸਾਖੀ ਵਾਲੇ ਦਿਨ ਬਹੁਤ ਮੰਦਭਾਗੀ ਘਟਨਾ ਹੈ। ਕੱਲ੍ਹ ਨੂੰ ਬਾਬਾ ਸਾਹਿਬ ਦਾ ਜਨਮ ਦਿਨ ਹੈ ਤੇ ਇਹ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਪੰਜਾਬ ਦੀ। ਔਰ ਮੈਂ ਤਾਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੋ ਵੀ ਇਹਨਾਂ ਦਾ ਕਰਤਾ ਧਰਤਾ ਹੈ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ, ਕਿਉਂਕਿ ਅਗਰ ਇਹ ਮਾਹੌਲ ਖਰਾਬ ਹੋ ਗਿਆ
ਤਾਂ ਸਾਡਾ ਹਿੰਦੂਆਂ ਲਈ ਤਾਂ ਮੇਰੇ ਖਿਆਲ ਤੇ ਸ਼ਾਇਦ ਇਹ ਮੈਸੇਜ ਹੈ ਸਾਨੂੰ ਦਿੱਤਾ ਗਿਆ ਇੱਕ ਹਿੰਦੂਆਂ ਨੂੰ ਇਹ ਕਿ ਖਾਲਿਸਤਾਨ ਦਾ ਝੰਡਾ ਲਾ ਕੇ ਜੋ ਵਿਸਾਖੀ ਵਾਲੇ ਦਿਨ, ਤੇ ਇਹ ਬਹੁਤ ਮੰਦਭਾਗੀ ਘਟਨਾ ਹੈ ਤੇ ਮੈਂ ਇਹਦਾ ਪੂਰਨ ਵਿਰੋਧ ਕਰਦਾ ਹੈ। ਮੇਰੇ ਨਾਲ ਅਸ਼ਵਨੀ ਜੀ ਆਏ ਹੋ ਸ਼ਿਵ ਸੈਨਾ ਤੋਂ, ਹਿੰਦੂ ਜਾਗਰਤੀ ਮੰਚ ਤੋਂ, ਅਸੀਂ ਸਾਰੇ ਆਏ ਹੋਏ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ। ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਾਧੂ ਸਿੰਘ ਧਰਮਸੋਤ ਸਾਬਕਾ ਕੈਬਨਿਟ ਮੰਤਰੀ ਖਿਲਾਫ ਦਿੱਤੇ ਗਏ ਬਿਆਨ ਤੋਂ ਬਾਅਦ ਖੁਦ ਸਾਧੂ ਸਿੰਘ ਧਰਮਸੋਤ ਮੀਡੀਆ ਅੱਗੇ ਆਏ। ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਧਰਮਸੋਤ ਨੇ ਦਾਅਵਾ ਕੀਤਾ ਕਿ ਸਕਾਲਰਸ਼ਿਪ ਘੁਟਾਲਾ ਹੋਇਆ ਹੀ ਨਹੀਂ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸਮੇਂ 2 ਵਾਰ ਇਨਕੁਆਇਰੀ ਕਰਨ ਦੇ ਬਾਵਜੂਦ ਕੋਈ ਵੀ ਘੁਟਾਲਾ ਸਾਹਮਣੇ ਨਹੀਂ ਆਇਆ ਤਾਂ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਰਿਕਾਰਡ ਕਢਵਾ ਕੇ ਇਨਕੁਆਇਰੀ ਕਰਵਾ ਲੈਣ, ਜਿਸ ਵਿੱਚ ਉਹ ਪੂਰਾ ਸਹਿਯੋਗ ਜਾਂਚ ਟੀਮ ਨੂੰ ਦੇਣਗੇ। ਇਸ ਤਰ੍ਹਾਂ ਤੁਹਾਡਾ ਕੀ ਰਿਐਕਸ਼ਨ ਇਸ ਤੇ? ਦੇਖੋ, ਗੱਲ ਇਹ ਹੈ, ਜਲੰਧਰ ਦੇ ਵਿੱਚ ਅੱਜ ਜੋ ਮੁੱਖ ਮੰਤਰੀ ਸਾਹਿਬ ਨੇ ਕਿਹਾ, ਮੈਨੂੰ ਦੱਸਿਆ, ਮੈਂ ਆਪ ਤਾਂ ਨਹੀਂ ਸੁਣਿਆ, ਮੈਨੂੰ ਸਾਰੇ ਚੈਨਲਾਂ ਦਾ ਆਇਆ, ਮੈਂ ਜਵਾਬ ਵੀ ਦਿੱਤਾ ਹੈ। ਮੈਂ ਮੁੱਖ ਮੰਤਰੀ ਸਾਹਿਬ ਨੂੰ ਇਹ ਕਹਿਣਾ ਚਾਹੁੰਦਾ ਕਿ ਪਹਿਲਾਂ ਵੀ 2 ਸਰਕਾਰਾਂ, ਕੈਪਟਨ ਸਾਹਿਬ ਦੀ ਸਰਕਾਰ ਨੇ ਔਰ ਚੰਨੀ ਸਾਹਿਬ ਦੀ ਸਰਕਾਰ ਨੇ, ਸਾਰੀ ਇਨਕੁਆਇਰੀ ਕਰਾ ਕੇ ਦੋਨਾਂ ਵੱਲੋਂ ਮੈਨੂੰ ਕਲੀਨ ਚਿੱਟ ਦਿੱਤੀ ਗਈ ਹੈ। ਔਰ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਨੂੰ ਵੀ ਮੇਰੀ ਬੇਨਤੀ ਹੈ, ਆਪ ਕੋਲ ਬੈਠ ਕੇ, ਆਪ ਰਿਕਾਰਡ ਤੁਹਾਡੇ ਕੋਲ ਆ, ਇਨਕੁਆਇਰੀ ਕਰਾ ਕੇ ਆਪ ਦੇਖ ਕੇ ਜੋ ਵੀ ਮੇਰੇ ਤੱਕ ਲੋੜ ਪਈ ਮੈਂ ਤੁਹਾਡੇ ਕੋਲ ਆ ਕੇ ਤੁਹਾਡਾ ਸਾਥ ਦਊਂਗਾ ਇਸ ਇਨਕੁਆਇਰੀ 'ਚ। ਕਿਸੇ ਤਰ੍ਹਾਂ ਸਰ ਘੁਟਾਲਾ ਹੋਇਆ, ਤੁਸੀਂ ਪੂਰੀ ਤਰ੍ਹਾਂ ਦਾ ਸਾਥ ਦੋਗੇ? ਨਹੀਂ, ਇਨਕੁਆਇਰੀ ਘੁਟਾਲਾ ਹੋਇਆ ਹੀ ਨਹੀਂ, ਇੱਕ ਪੈਸੇ ਦਾ ਘੁਟਾਲਾ ਨਹੀਂ ਹੋਇਆ, ਇਹ ਮੈਂ ਡਾਂਕੇ ਦੀ ਚੋਟ ਤੇ ਕਹਿ ਸਕਦਾ। ਵਿਸਾਖੀ ਵਾਲੇ ਦਿਨ ਅੱਜ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਅੱਗ ਦਾ ਕਹਿਰ ਜਾਰੀ ਰਿਹਾ। ਜ਼ਿਲ੍ਹੇ ਅੰਦਰ ਪਿੰਡ ਭੰਗਚੜੀ 'ਚ ਕਰੀਬ 20 ਏਕੜ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ। ਉੱਥੇ ਹੀ ਪਿੰਡ ਉਡਾਂਗ ਵਿੱਚ ਲੱਗੀ ਅੱਗ ਦੌਰਾਨ ਕਰੀਬ 80 ਏਕੜ ਕਣਕ ਦੀ ਖੜੀ ਫਸਲ ਸੜ ਕੇ ਸੁਆਹ ਹੋ ਗਈ। ਇਸ ਦੌਰਾਨ ਕਿਸਾਨਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਦਾ ਪਤਾ ਨਹੀਂ ਲੱਗ ਸਕਿਆ, ਪਰ ਇਸ ਨਾਲ ਪਿੰਡ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਗੁਰਪ੍ਰੀਤ ਸਿੰਘ ਜੀ, ਪਿੰਡ ਉਡਾਂਗ ਜੀ। ਤੇ ਆ ਅੱਗ ਲੱਗੀ ਹੈ, ਇਹਦਾ ਕਾਰਨਾਂ ਦਾ ਕੋਈ ਪਤਾ ਲੱਗਿਆ? ਕਾਰਨ ਦਾ ਤਾਂ ਹਜੇ ਤਾਈਂ ਨਹੀਂ ਪਤਾ ਲੱਗਿਆ ਜੀ, ਅਸੀਂ ਤਾਂ ਅੱਗ ਬੁਝਾਉਂਦੇ ਬਸ ਕੰਟਰੋਲ ਕਰਦੇ ਇੱਥੇ ਆਏ, ਹੁਣ ਜਾਣੇ ਆ ਜੀ, ਕਰਦੇ ਆ ਪਤਾ ਕਿਵੇਂ ਲੱਗੀ ਹੈ। ਤੇ ਕਿੰਨੇ ਰਕਬੇ ਦਾ ਨੁਕਸਾਨ ਹੋ ਗਿਆ? 80 ਏਕੜ ਦੇ ਕਰੀਬ, ਲਗਭਗ ਵੱਧ ਵੀ ਹੋ ਸਕਦੇ, ਕੋਈ 5-4 ਕਿੱਲੇ ਘੱਟ ਵੀ ਹੋ ਸਕਦੇ ਆ ਜੀ। ਤੇ ਅੱਗ ਫਿਰ ਕਿਵੇਂ ਬੁਝਾਈ ਤੁਸੀਂ? ਅੱਗ ਜੀ ਕੁਛ ਢਿੱਪਾਂ ਵਾਲੀ ਦੇ ਲੋਕ ਆ ਗਏ, ਸਾਡੇ ਪਿੰਡ ਦੇ ਆ ਗਏ ਜੀ, ਉਧਰਲੀ ਸਾਈਡ ਕੁਛ ਲੋਕਾਂ ਨੇ ਕੰਟਰੋਲ ਕਰ ਲਈ। ਇੱਧਰ ਇੱਕ ਪੰਨੀ ਤਰਖਾਨ ਵਾਲੇ ਸਾਡੇ ਪਿੰਡ ਦਿਆਂ ਨੇ ਟੈਂਕੀ ਬਣਾਈ ਸੀ ਬਹੁਤ ਵਧੀਆ, ਉਹਨੇ ਕੰਟਰੋਲ ਕਰਤਾ। ਕੁਛ ਫਾਇਰ ਬ੍ਰਿਗੇਡ ਆ ਗਏ ਜੀ। ਤੇ ਫਾਇਰ ਬ੍ਰਿਗੇਡ ਕਿੰਨੇ ਆ ਗਈਆਂ ਇੱਥੇ? 3 ਆ ਗਈਆਂ ਸੀਗੀਆਂ ਜੀ। ਉਹ ਕਿੱਥੋਂ ਆਈਆਂ? ਇੱਕ ਮੁਕਤਸਰ ਦੀ ਸੀ, ਇੱਕ ਮਲੋਟ ਦੀ ਸੀਗੀ ਜੀ, ਇੱਕ ਫਾਜ਼ਿਲਕਾ ਦੀ ਸ਼ਾਇਦ ਜਾਂ ਹਬੂਰ ਦੀ ਹੈ ਜੀ, ਉਹਦਾ ਸਾਨੂੰ ਪੱਕਾ ਕਨਫਰਮ ਨਹੀਂ। ਤੇ ਬਾਕੀ ਆ ਟਰੈਕਟਰਾਂ ਨਾਲ? ਹਾਂਜੀ, ਘੱਟੋ ਘੱਟ ਮੇਰੇ ਖਿਆਲ 500-600 ਬੰਦਾ ਇਕੱਠਾ ਹੋ ਗਿਆ ਨਾ, 25-30 ਟਰੈਕਟਰ ਸੀਗੇ ਜੀ। ਲੋਕਾਂ ਨੇ ਹਿੰਮਤ ਮਾਰ ਕੇ, ਬਹੁਤ ਹਿੰਮਤ ਮਾਰੀ ਜੀ। ਤੇ ਕਿਹੜੇ ਘਰਾਂ ਦਾ ਨੁਕਸਾਨ ਹੋਇਆ? ਨੁਕਸਾਨ ਜੀ ਕੁਛ 3-4 ਕਿਸਾਨ ਸੀਗੇ, ਠੇਕੇ ਤੇ ਜ਼ਮੀਨ ਸੀ ਉਹਨਾਂ ਦੀ। ਕੁਛ ਨਿਰਭੈ ਸਿੰਘ ਹੈ ਜੀ, ਕੁਲਵਿੰਦਰ ਸਿੰਘ ਹੈ, ਹਰਸ਼ਪਿੰਦਰ ਹੈ ਬਾਈ, ਉਹਦੇ ਕੋਲ ਠੇਕੇ ਤੇ ਸੀ। ਤੇ ਇੱਕ ਢਿੱਪਾਂ ਵਾਲੀ ਦਾ ਮੁੰਡਾ ਹੈ ਜੀ, ਇੱਕ ਕਾਕਾ ਹੈ ਜੀ ਸੋਹਣ ਸਿੰਘ ਕੇ, ਇੱਕ ਬਲਜੀਤ ਸਿੰਘ ਦੀ ਮੱਛੀ ਹੈ ਜੀ, ਇੱਕ ਵਕੀਲ ਸਾਹਿਬ ਕੇ ਬਾਬਾ ਜੀ ਕੇ ਬਾਈ ਰੋਬੀ ਕੀ ਉਹਨਾਂ ਦੀ ਮੱਛੀ ਹੈ ਜੀ, ਇੱਕ ਮੰਟੂ ਦੀ ਬਲਜਿੰਦਰ ਸਿੰਘ ਕੀ ਮੱਛੀ ਹੈ ਜੀ ਕਣਕ। ਤੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ? ਮੰਗ ਤਾਂ ਜੀ ਹੁਣ ਮੁਆਵਜ਼ਾ ਜੀ, ਕਿਸਾਨੀ ਤਾਂ ਅੱਗੇ ਬਹੁਤ ਘਾਟੇ 'ਚ ਹੈ ਜੀ, ਇਦੋਂ ਤਾਂ ਵੱਡਾ ਘਾਟਾ ਹੋ ਹੀ ਨਹੀਂ ਸਕਦਾ ਹੈਗਾ ਜੀ। ਮੁਆਵਜ਼ਾ ਦੇਵੇ ਸਰਕਾਰ ਪੂਰਾ, ਇਹ ਕਿਹੜਾ ਖਰਾਤ ਮੰਗਦੇ ਹਾਂ ਜੀ, ਅਸੀਂ ਆਪਦਾ ਮਿਹਨਤੀ ਮੰਗਦੇ ਹਾਂ, ਹੱਕ ਹੈ ਸਰਕਾਰ ਦਾ। ਟੈਕਸ ਦਿੰਦੇ ਅਸੀਂ ਸਰਕਾਰ ਨੂੰ, 24% GST ਦਿੰਦੇ ਅਸੀਂ, ਐਗਰੀਕਲਚਰ ਇਕਵਿਪਮੈਂਟ ਤੇ 18% ਬੀ ਤੇ ਜਿੰਨੇ ਸਭ ਤੋਂ ਵੱਧ ਖੇਤੀ ਸੈਕਟਰ ਟੈਕਸ ਦਿੰਦਾ। ਅਸੀਂ ਲਵਾਂਗੇ ਜੀ ਇਹਨਾਂ ਤੋਂ ਮੁਆਵਜ਼ਾ, ਹੱਕ ਹੈ ਸਾਡਾ, ਅਸੀਂ ਕੋਈ ਭੀਖ ਥੋੜ੍ਹਾ ਮੰਗਦੇ ਇਹਨਾਂ ਤੋਂ। ਹਾਂਜੀ, ਕਿਹੜਾ ਪਿੰਡ ਆ ਤੇ ਕੀ ਨਾਮ ਤੁਹਾਡਾ? ਆਪਣਾ ਪਿੰਡ ਉਡਾਂਗ ਪਿੰਡ ਆ ਜੀ, ਇਹਦੇ ਨਾਮ ਰਾਜਵਿੰਦਰ ਸਿੰਘ ਹੈ ਜੀ। ਤੇ ਆ ਕਿੰਨੀ ਕਣਕ ਦਾ ਨੁਕਸਾਨ ਹੋ ਚੁੱਕਿਆ ਜੀ? ਘੱਟੋ ਘੱਟ 80 ਕਿੱਲਿਆਂ ਦੇ ਨੇੜੇ ਤੇੜ ਹੋ ਗਿਆ ਜੀ, ਕੋਈ 2 ਕਿੱਲੇ ਉੱਤੇ ਜਾਂ ਘੱਟ ਹੋ ਸਕਦੇ ਆ ਜੀ। ਤੇ ਨੁਕਸਾਨ ਬਹੁਤ ਜ਼ਿਆਦਾ ਹੈ ਜੀ। ਨੁਕਸਾਨ 100% ਹੋਇਆ ਕਿ ਘੱਟ ਵੱਧ ਹੋਇਆ? 100% ਹੀ ਹੋ ਗਿਆ ਜੀ ਨੁਕਸਾਨ, ਕੁਛ ਵੀ ਨਹੀਂ ਬਚਿਆ ਜੀ। ਮੰਨ ਲਓ ਨਾ ਤਾਂ ਲਾਂਗਾ ਜਿਹੜੀਆਂ ਵੱਡੀਆਂ ਪਈਆਂ ਸੀਗੀਆਂ ਤੂੜੀ ਬਣਨ ਵਾਲੇ ਖਰਚੇ ਸੀ, ਉਹ ਵੀ ਖਤਮ ਹੋ ਗਈ। ਤੇ ਖੜੀ ਕਣਕ ਦਾ 80 ਕਿੱਲਿਆਂ ਦਾ ਹੋ ਗਿਆ ਜੀ। ਖੜੀ ਕਣਕ ਦਾ 80 ਕਿੱਲਿਆਂ ਦਾ, ਬਾਕੀ ਲਾਂਗੇ? ਹਾਂ, ਲਾਂਗੇ ਦਾ ਹੋ ਗਿਆ ਜੀ। ਤੇ ਫਿਰ ਕਣਕ ਤੇ ਕਿਵੇਂ ਕਾਬੂ ਪਾਇਆ? ਕਣਕ ਤੇ ਬੰਦੇ ਬਹੁਤ ਸੀਗੇ ਜੀ, ਬੰਦੇ ਇਕੱਠੇ ਹੋ ਗਏ ਜੀ, ਫਾਇਰ ਬ੍ਰਿਗੇਡ ਆ ਗਈ। ਇੱਕ ਤਰਖਾਣ ਵਾਲੇ ਦੇ ਪਿੰਡ ਵਾਲੇ ਨੇ 22 ਘੰਟੇ ਟੈਂਕੀ ਬਣਾਈ ਹੈ ਜੀ, ਉਹ ਟੈਂਕੀ ਨੇ ਬਹੁਤ ਕੰਟਰੋਲ ਕੀਤਾ, ਪਾਣੀ ਬਹੁਤ ਜ਼ਿਆਦਾ ਸੀਗਾ ਜੀ ਉਹਦਾ ਜੀ, ਪ੍ਰੈਸ਼ਰ ਉਹਦੇ ਨਾਲ ਕੰਟਰੋਲ ਹੋਈ ਹੈ ਜੀ। ਤੇ ਇਹ ਕਿੰਨੇ ਵਜੇ ਦੀ ਘਟਨਾ ਹੈ? ਬਸ ਇਹ ਤਕਰੀਬਨ 2 ਘੰਟੇ ਹੋਏ ਜੀ, 1.5 ਘੰਟੇ ਤੱਕ ਬੁਝਾਉਣ ਤੇ ਲੱਗ ਗਏ ਸਾਨੂੰ। ਅੱਛਾ, ਤੇ ਹੁਣ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੁਆਵਜ਼ੇ ਦੀ ਮੰਗ ਕਰਦੇ ਹਾਂ, ਸਰਕਾਰ ਮੁਆਵਜ਼ਾ ਦੇਵੇ। ਕਿਸਾਨ ਨੂੰ ਤਾਂ ਪਹਿਲਾਂ ਹੀ ਘਾਟੇ 'ਚ ਆਈ, ਐਗਤੀ ਫਸਲਾਂ ਦੇ ਝਾੜ ਪਹਿਲਾਂ ਹੀ ਘਾਟੇ 'ਚ ਸੀਗੇ ਜੀ, 42-43 ਮਣ ਨਿਕਲ ਰਹੀਆਂ ਐਸ ਦੀ ਐਵਰੇਜ ਆ ਰਹੀ ਹੈ ਜੀ।
ਤੇ ਫਿਰ ਉਹ ਜਿਹੜੀ ਵੱਡੀ ਆ ਉਹ ਤੁਲ ਨਹੀਂ ਰਹੀ, ਉੱਥੇ ਵੀ ਖੱਜਲ ਖਵਾਰੀ ਆ। ਤੇ ਆ ਖੇਤ 'ਚ ਖੜੀ ਆ, ਲੋਕ ਇਸ ਕਰਕੇ ਠੱਲੀ ਸੀਗੀ ਕਿ ਲੋਕ ਐਂ ਸੋਚਦੇ ਸੀ ਕਿ 2-4 ਦਿਨ ਰੁੱਕ ਕੇ ਵੱਢਾਂਗੇ, ਗਿੱਲੀ ਆ ਉਹ ਮੌਚਰ ਜ਼ਿਆਦਾ ਆਉਂਦਾ ਤੇ ਨੁਕਸਾਨ ਉਦੋਂ ਜ਼ਿਆਦਾ ਹੋ ਗਿਆ ਜੀ। ਜਿਹੜੀ ਫਾਇਰ ਬ੍ਰਿਗੇਡ ਆ ਮਲੋਟ ਆ ਜਾਂ ਮੁਕਤਸਰ ਆ, ਤੁਸੀਂ ਕੋਈ ਉਹਨੂੰ ਜਾਇਜ਼ ਮੰਨਦੇ ਆ ਵੀ ਉੱਥੇ ਖੜੀਆਂ ਹੋ ਜਾਇਜ਼ ਆ? ਨਹੀਂ, ਪੰਨੀ ਵਾਲੇ ਹੋਣੀਆਂ ਚਾਹੀਦੀਆਂ ਵੈਸੇ, ਸੈਂਟਰ ਪੰਨੀ ਵਾਲੇ ਬਣਾਉਣਾ ਚਾਹੀਦਾ। ਸਾਡੀ ਮੰਗ ਆ ਜੀ ਕਿਸਾਨਾਂ ਦੀ ਇੱਕ ਇਹ ਕਿ ਪੰਨੀ ਵਾਲਾ ਸਾਰੇ ਪਿੰਡਾਂ ਦੇ ਨੇੜੇ ਬਣਦਾ ਜੀ ਇਹ, ਇੱਥੇ ਸੈਂਟਰ 'ਚ ਇੱਕ ਤਾਂ ਖੜਨੀ ਚਾਹੀਦੀ ਇੱਥੇ ਹੀ। ਗੁਰਦਾਸਪੁਰ ਪੁਲਿਸ ਦੇ ਅਧੀਨ ਪੈਂਦੇ ਥਾਣਾ ਕਾਨੂੰਵਾਲ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਕਾਲਾ ਬਾਲਾ ਦੇ ਕੋਲ ਲਗਾਏ ਨਾਕੇ ਦੌਰਾਨ ਮੋਟਰਸਾਈਕਲ ਸਵਾਰ 2 ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਰਿਮਾਂਡ ਦੌਰਾਨ ਇਨ੍ਹਾਂ ਪਕੜੇ ਗਏ ਗੈਂਗਸਟਰਾਂ ਕੋਲੋਂ ਪੁੱਛਗਿੱਛ ਦੌਰਾਨ 2 ਪਿਸਟਲ, 32 ਬੋਰ, 3 ਮੈਗਜ਼ੀਨ 32 ਬੋਰ, 11 ਜਿੰਦਾ ਕਾਰਤੂਸ 32 ਬੋਰ ਅਤੇ ਇੱਕ ਦੇਸੀ ਕੱਟਾ 315 ਬੋਰ ਬਰਾਮਦ ਕੀਤਾ ਗਿਆ। ਜਸਵੀਰ ਸਿੰਘ ਤੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਇਹਨਾਂ ਨੇ ਪਰਸੋਂ ਰਾਤੀ ਨਾਕੇ ਤੇ ਜਿਹੜਾ ਇੱਕ ਸ਼ੁਭਮ ਭੰਡਾਰੀ ਨਾਮ ਦਾ ਵਿਅਕਤੀ ਜਿਹੜਾ ਕਿ ਕੈਟਾਗਰੀ ਸੀ ਦਾ ਕ੍ਰਿਮੀਨਲ ਹੈ, ਉਹਨੂੰ ਨਾਕਾ ਚੈਕਿੰਗ ਤੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹ ਤੋਂ ਪੁੱਛਗਿੱਛ ਦੌਰਾਨ ਉਹਨਾਂ ਨੂੰ ਇੱਕ ਪਿਸਟਲ ਜਿਹੜਾ ਹੈਗਾ ਉਸ ਵਿਅਕਤੀ ਤੋਂ ਬਰਾਮਦ ਹੋਇਆ ਔਰ ਇਹਦੇ ਨਾਲ ਗੁਰਪ੍ਰੀਤ ਗੋਪੀ ਨਾਮ ਦਾ ਵੀ ਕ੍ਰਿਮੀਨਲ ਇਹਦੇ ਨਾਲ ਫੜਿਆ ਗਿਆ ਸੀ। ਇਹ ਦੋਵੇਂ ਬੁਲਟ ਮੋਟਰਸਾਈਕਲ ਤੇ ਇੱਥੋਂ ਪਾਸ ਕਰ ਰਹੇ ਸੀਗੇ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ। ਜਿਹੜਾ ਸ਼ੁਭਮ ਭੰਡਾਰੀ ਹੈ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਤੋਂ, ਤੇ ਜਿਹੜਾ ਗੁਰਪ੍ਰੀਤ ਗੋਪੀ ਹੈ ਉਹ ਛਿਆਟੇ ਦਾ ਰਹਿਣ ਵਾਲਾ ਹੈ। ਔਰ ਇਹ ਗੁਰਪ੍ਰੀਤ ਗੋਪੀ ਪਹਿਲਾਂ ਸਨੈਚਿੰਗ ਵਗੈਰਾ ਕਰਦਾ ਰਿਹਾ ਔਰ ਸ਼ੁਭਮ ਭੰਡਾਰੀ ਤੇ 3 ਮੁਕੱਦਮੇ ਪਹਿਲਾਂ ਵੀ ਦਰਜ ਨੇ ਜਿਹਦੇ ਵਿੱਚ ਕਿ ਉਸ ਵੱਲੋਂ ਅਸਲੇ ਦੀ ਜਿਹੜੀ ਹੈਗੀ ਵਰਤੋਂ ਕੀਤੀ ਗਈ ਸੀਗੀ। ਔਰ ਇਸ ਤੋਂ ਇਲਾਵਾ ਹੁਣ ਜਿਹੜੇ ਰਿਮਾਂਡ ਦੇ ਦੌਰਾਨ ਇਸ ਵਿਅਕਤੀ ਤੋਂ 2 ਪਿਸਟਲ ਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ ਅਤੇ 21 ਦੇ ਕਰੀਬ ਕਾਰਤੂਸ ਜਿਹੜੇ ਨੇ 32 ਬੋਰ ਦੇ ਇਸ ਵਿਅਕਤੀ ਤੋਂ ਬਰਾਮਦ ਕੀਤੇ ਗਏ ਨੇ। ਇਸ ਵਿਅਕਤੀ ਦਾ ਜਿਹੜਾ ਲਿੰਕ ਹੈਗਾ ਯੂਪੀ ਦੇ ਵਿੱਚ ਇੱਕ ਰਾਹੁਲ ਨਾਮ ਦੇ ਵਿਅਕਤੀ ਨਾਲ ਹੈ ਜਿਸ ਨੇ ਕਿ ਇਹਨੂੰ ਇਹ 3 ਪਿਸਟਲ ਜਿਹੜੇ ਹੈਗੇ ਸਪਲਾਈ ਕੀਤੇ ਸੀਗੇ, ਜਿਹੜੇ ਇਹਨੇ ਉਸ ਵਿਅਕਤੀ ਤੋਂ ਸਸਤੇ 'ਚ ਖਰੀਦ ਕੇ ਤੇ ਇੱਥੇ ਕਿਸੇ ਹੋਰ ਗ੍ਰਾਹਕ ਨੂੰ ਜਿਹੜੇ ਸੀ ਵੇਚਣੇ ਸੀਗੇ। ਇਸ ਵਿਅਕਤੀ ਦੀਆਂ ਹੋਰ ਜਿਹੜੀਆਂ ਗਤੀਵਿਧੀਆਂ ਨੇ ਉਹਦੇ ਬਾਰੇ ਵਿੱਚ ਵੀ ਸਾਡੇ ਵੱਲੋਂ ਤਫਤੀਸ਼ ਦੇ ਦੌਰਾਨ ਪਤਾ ਕੀਤਾ ਜਾ ਰਿਹਾ ਹੈ। ਇਸ ਦੇ ਤਫਤੀਸ਼ੀ ਜਿਹੜੇ ਨੇ SHO ਕਾਨੂੰਵਾਨ ਨੇ ਤੇ ਇਹਨਾਂ ਵੱਲੋਂ ਇਹਦੀ ਤਫਤੀਸ਼ ਦੌਰਾਨ ਹੋਰ ਜਿਹੜਾ ਕੋਈ ਖੁਲਾਸਾ ਹੋਏਗਾ ਇਹਨਾਂ ਵੱਲੋਂ ਕੀਤਾ ਜਾਏਗਾ। ਕਿਹੜੇ ਮਾਡਲ ਹੈਗੇ ਜਿਹੜੇ ਪਿਸਟਲ ਫੜੇ ਗਏ ਇਹ ਜਿਹੜੇ ਪਿਸਟਲ ਨੇ ਦੇਸੀ ਪਿਸਟਲ ਨੇ ਵਧੀਆ, ਜਿਹੜੇ ਉਹਨਾਂ ਦੇ ਜਿਹੜੇ ਮਾਰਕੇ ਨੇ ਉਹ ਵੈਲ ਨੋਨ ਮਾਰਕਾ ਨਹੀਂ ਹੈਗਾ ਔਰ ਇੱਕ ਦੇਸੀ ਕੱਟਾ ਵੀ ਹੈਗਾ ਜਿਹੜਾ ਕਿ 315 ਬੋਰ ਦਾ, ਉਹਦੇ ਵਿੱਚ ਕਾਰਤੂਸ ਵੀ ਹੁੰਦਾ। ਇਹ ਪਿਛਲੇ 2 ਹਫ਼ਤੇ ਦੇ ਵਿੱਚ ਹੀ ਜਿਹੜਾ ਸ਼ੁਭਮ ਭੰਡਾਰੀ ਹੈ ਉਹਨੇ ਇਹ ਜਿਹੜਾ ਹਥਿਆਰ ਹੈ ਉਹ ਖਰੀਦੇ ਨੇ ਰਾਹੁਲ ਤੋਂ। 8 ਤਰੀਕ ਨੂੰ ਇਹ ਜੇਲ੍ਹ 'ਚੋਂ ਬਾਹਰ ਨਿਕਲਿਆ ਸੀਗਾ ਔਰ ਉਸ ਤੋਂ ਬਾਅਦ ਦਾ ਇਹ ਪੂਰੀ ਤਰ੍ਹਾਂ ਸਰਗਰਮ ਹੋ ਕੇ ਕੰਮ ਕਰ ਰਿਹਾ ਸੀ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਗ੍ਰਾਂਟਾਂ ਦੇ ਕੇ ਲਾਰੇ ਦੇ ਕੇ ਵੋਟਾਂ ਦੀ ਖੇਤੀ ਤਾਂ ਕਰ ਲਈ ਹੈ, ਪਰ ਪੰਜਾਬ ਦੇ ਗੈਰਤਮੰਦ ਲੋਕ ਇਸ ਨੂੰ ਜ਼ਿਆਦਾ ਦੇਰ ਤੱਕ ਸਹਿਣ ਨਹੀਂ ਕਰਨਗੇ। ਇਹ ਕਹਿਣਾ ਸੀ ਭਾਜਪਾ ਪੰਜਾਬ ਪ੍ਰਧਾਨ ਅਸ਼ਮਿਤ ਸ਼ਰਮਾ ਦਾ। ਉਹ ਅੱਜ ਡਾਕਟਰ ਭੀਮ ਰਾਓ ਅੰਬੇਦਕਰ ਦੀ ਜਯੰਤੀ ਤੇ ਸਰਹੰਦ ਵਿਖੇ ਕਰਵਾਏ ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਨ। ਦੁਰਭਾਗਯਪੂਰਨ ਹੈ ਸੰਵਿਧਾਨ ਦੀਆਂ ਔਰ ਲੋਕਤਾਂਤਰਿਕ ਪਰੰਪਰਾਵਾਂ ਦੇ ਉੱਤੇ ਭਾਸ਼ਣ ਦੇਣਾ ਔਰ ਉਹਨਾਂ ਦਾ ਉਲੰਘਣ ਕਰਨਾ ਇਹ ਕੇਜਰੀਵਾਲ ਜੀ ਦੇ ਕੋਈ ਅੱਜ ਦਾ ਨਹੀਂ ਪੁਰਾਣੇ ਸੁਭਾਅ ਦੀ ਗੱਲ ਹੈ। ਇਹ ਠੀਕ ਹੈ ਕਿ ਪੰਜਾਬੀਆਂ ਨੂੰ ਗਰੰਟੀਆਂ ਦੇ ਲਾਰੇ ਦੇ ਕੇ ਉਹਨ ਥੋੜੇ ਸਮੇਂ ਦੇ ਲਈ ਵੋਟਾਂ ਦੀ ਖੇਤੀ ਜ਼ਰੂਰ ਕਰ ਲਈ ਹੈ, ਲੇਕਿਨ ਕੋਈ ਵੀ ਪੰਜਾਬੀ, ਕੋਈ ਵੀ ਗੈਰਤਮੰਦ ਵਿਅਕਤੀ, ਈਵਨ ਮੈਂ ਸੋਚਦਾ ਕਿ ਮਾਨ ਜਿਹੜੇ ਇੱਥੇ ਮੁੱਖ ਮੰਤਰੀ ਨੇ ਉਹ ਇਸ ਦਖਲਅੰਦਾਜ਼ੀ ਨੂੰ ਕਿੱਦਾਂ ਸਹਿ ਲੈਣਗੇ। ਔਰ ਮੈਂ ਖਾਸ ਕਰਕੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਤੁਹਾਡੀ ਕਮਿਟਮੈਂਟ, ਤੁਹਾਡੀ ਸ਼ਬਦ ਸੰਵਿਧਾਨ ਦੇ ਪ੍ਰਤੀ ਹੈ। ਤੁਹਾਨੂੰ ਉਹ ਕਿਸ ਅਧਿਕਾਰ 'ਚ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਅਧਿਕਾਰੀਆਂ ਦੀ ਮੀਟਿੰਗ ਬੁਲਾ ਰਹੇ ਔਰ ਤੁਸੀਂ ਜਾ ਰਹੇ ਹੋ ਯਾਰ। ਅੱਜ ਭਵਾਨੀਗੜ੍ਹ ਪਟਿਆਲਾ ਮਾਰਗ ਤੇ ਇੱਕ ਅਜੀਬ ਮਾਮਲਾ ਦੇਖਣ ਨੂੰ ਮਿਲਿਆ, ਜਿੱਥੇ ਇੱਕ ਟਰੱਕ ਨੇ ਤੇਲ ਟੈਂਕਰ ਨੂੰ ਟੱਕਰ ਮਾਰ ਦਿੱਤੀ ਤੇ ਦੇਖਦੇ 100 ਲੀਟਰ ਡੀਜ਼ਲ ਸੜਕ ਤੇ ਖਿਲਰ ਗਿਆ। ਦੂਜੇ ਪਾਸੇ ਲੋਕਾਂ ਨੇ ਬੇਸ਼ਰਮੀ ਦਿਖਾਉਂਦੇ ਹੋਏ ਡੀਜ਼ਲ ਬਾਲਟੀਆਂ ਵਿੱਚ ਪਾ ਕੇ ਫਰਾਰ ਹੁੰਦੇ ਹੋਏ ਨਜ਼ਰ ਆਏ ਤੇ ਡੀਜ਼ਲ ਚਲਾਉਣ ਦੇ ਚੱਕਰ ਵਿੱਚ ਲੋਕੀ ਤੇਲ ਤੇ ਫਿਸਲਦੇ ਹੋਏ ਡਿੱਗਦੇ ਵੀ ਨਜ਼ਰ ਆਏ। ਅਸੀਂ ਤਾਂ ਸਮਾਣੇ ਜਾ ਰਹੇ ਸੀਗੇ ਜੀ, ਹੁਣ ਪੁਲ ਦੇ ਥੱਲੋਂ ਦੀ ਆਰਾਮ ਨਾਲ ਜਾ ਰਹੇ ਆ, ਇਧਰੋਂ ਨਾਭੇ ਕਿਨੂੰ ਆਈ ਆ ਗੱਡੀ, ਦਾੜ ਦੇਣੇ ਕੁਛ ਨਹੀਂ ਦੇਖਿਆ, ਵਿਚਾਲੇ ਟੈਂਕ ਦੇ ਮਾਰਤੀ।
ਕਿੰਨੇ ਲੀਟਰ ਡੀਜ਼ਲ ਦੀ ਇਹ 'ਚ 18000 ਲੀਟਰ ਹੈ ਜੀ। 18,000 ਹੈ। ਹਾਂਜੀ ਤੇ ਸਾਰਾ ਡੁੱਲ ਜੂਗਾ ਹੁਣ? ਨਹੀਂ ਜੀ, ਇੱਕ ਚੈਂਬਰ ਪਾਟ ਗਿਆ, 4500 ਲੀਟਰ ਡੋਲੂਗਾ। 4500 ਨੁਕਸਾਨ ਹੋ ਗਿਆ। ਹਾਂਜੀ। ਤੇ ਤੁਸੀਂ ਕੋਈ ਗੱਲਬਾਤ ਕੀਤੀ ਕਿਸੇ ਨਾਲ ਜਿਨ੍ਹਾਂ ਨੇ ਵਿੱਚ ਮਾਰੀ ਹੈ ਗੱਡੀ? ਉਹ ਖੜੇ ਨੇ ਜੀ, ਉਹਦਾ ਉਲਟਾ ਸਾਨੂੰ ਕਹਿੰਦਾ ਤੇਰਾ ਕਸੂਰ ਆ ਵੀ ਆ ਪੁਲ ਦੇ ਥੱਲੋਂ ਦੀ ਤਾਂ ਗੱਡੀ ਤੇਜ਼ ਨਿਕਲੇ ਨਹੀਂ ਸਕਦੀ, ਇਸ ਤੇ ਆਰਾਮ ਨਾਲ ਆ ਰਹੇ ਹਾਂ। ਫਿਰ ਹੀ ਲਿਆ ਕੇ ਉਧਰੋਂ ਲਿਆ ਕੇ ਵਿੱਚ ਮਾਰੀ। ਸੋਕ ਦੀ ਗੱਡੀ ਆ। ਜਸਵੀਰ ਸਿੰਘ ਆ ਜੀ। ਜਸਵੀਰ, ਕੀ ਗੱਲ ਹੋਈ ਹੈ? ਤੁਸੀਂ ਕਿੱਥੋਂ ਆ ਰਹੇ ਤੇ ਕੀ ਪੂਰੇ ਮੈਂ ਮਾਝੀ ਪਿੰਡ ਤੋਂ ਜੀ ਠੋਕਰ ਲਾ ਰਿਹਾ ਸੀ ਜੀ। ਮੈਂ ਇੱਥੋਂ ਗੱਡੀ ਹੌਲੀ ਕੀਤੀ ਹੈ, ਠੀਕ ਹੈ ਜੀ। ਉਹਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਵੀ ਇੱਕੋ ਲਾਤੇ ਸਪੀਡ ਨਾਲ ਇਧਰੋਂ ਆਇਆ ਜੀ। ਉਹਨੇ ਆ ਕੇ ਆਪਣੀ ਗੱਡੀ ਦੇ ਮੂਹਰੇ ਕਰਤੀ? ਗੱਡੀ ਮੂਹਰੇ ਇੱਕੋ ਲਾਤਾ ਹੀ ਕਰਤੀ ਜੀ, ਇੱਕੋ ਲਾਤ ਸਪੀਡ ਨਾਲ ਜੀ। ਮੈਂ ਤਾਂ ਹਲੇ ਆਰਾਮ ਨਾਲ ਇਹ ਰੋਡ ਬਣ ਕੇ ਖੜਾ ਕੇ ਰੋਡ ਤੇ ਚੜਾਈ ਰਿਹਾ ਸੀਗਾ। ਤੇ ਹੁਣ ਆਪਣੀ ਗੱਡੀ ਦਾ ਕਿੰਨਾ ਕੁ ਨੁਕਸਾਨ ਹੋ ਗਿਆ? ਆ ਤੁਹਾਡੇ ਸਾਹਮਣੇ ਹੀ ਨਿਸ਼ਾਨ ਦੇਖੋ। ਸਾਰੀ ਭੰਨੀ ਗਈ? ਆਹ ਸਾਹਮਣੇ ਭੰਨੀ ਗਈ। ਇਹਦੀ ਰਫ਼ਤਾਰ ਬਹੁਤ ਰਫ਼ਤਾਰ ਬਹੁਤ ਤੇਜ਼ ਸੀ ਜੀ। ਹੌਲੀ ਤਾਂ ਹੀ ਇੰਨੀ ਲੱਗੇ ਗੱਡੀ, ਜੇ ਹੌਲੀ ਹੁੰਦੀ ਕਦੋਂ ਲੱਗਦੀ ਨਹੀਂ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ 1 ਮਹੀਨਾ ਹੋ ਚੁੱਕਾ ਹੈ, ਪਰ ਹਾਲੇ ਤੱਕ ਇਹਨਾਂ ਦੀਆਂ ਦਿੱਤੀਆਂ ਗਰੰਟੀਆਂ ਦੂਰ-ਦੂਰ ਤੱਕ ਨਜ਼ਰ ਨਹੀਂ ਆ ਰਹੀਆਂ ਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਝੂਠੇ ਵਾਅਦੇ ਲੋਕਾਂ ਨੂੰ ਹਜਮ ਨਹੀਂ ਹੋ ਰਹੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਵਿਜੇ ਸਾਂਪਲਾ ਨੇ ਕੀਤਾ। ਉਹਨਾਂ ਕਿਹਾ ਕਿ 300 ਯੂਨਿਟ ਬਿਜਲੀ ਦੇ ਮੁਆਫ ਕਰਨ ਵਾਲੀ ਗਰੰਟੀ ਵੀ ਝੂਠੀ ਸਾਬਿਤ ਹੋਈ ਹੈ। ਤੇ ਵੀ ਗੱਲ ਕੀਤੀ ਸੀ, ਉਹਦੇ ਤੇ ਵੀ ਕੋਈ ਕੰਮ ਨਹੀਂ ਕੀਤਾ ਔਰ ਜਿੰਨੇ ਵੀ ਵਾਅਦੇ ਕੀਤੇ ਸੀ, ਔਰ ਇਹ ਪਹਿਲੀ ਸਰਕਾਰ ਹੋਣੀ ਹੈ ਕਿਉਂਕਿ ਸਰਕਾਰ ਬਣਦਿਆਂ ਸਾਰੇ ਕਹਿੰਦੇ ਕਿ 6 ਮਹੀਨੇ ਦੇਖੋ ਕੀ ਕਰਦੇ ਆ, 6 ਮਹੀਨੇ ਦੇਖੋ ਕੀ ਕਰਦੇ ਆ। ਇਹ ਪਹਿਲੀ ਸਰਕਾਰ ਹੈ ਜਿਹਨੇ ਤੀਸਰੇ ਦਿਨ ਹੀ ਆਪਣਾ ਵਿਸ਼ਵਾਸ ਖੋਲਿਆ ਕਿਉਂਕਿ ਜਿਸ ਦਿਨ ਰਿਜ਼ਲਟ ਆਇਆ, ਕੇਜਰੀਵਾਲ ਆਏ ਔਰ ਤੁਸੀਂ ਦੇਖਿਆ ਕਿ ਵੀ ਸਾਰੀਆਂ PRTC ਦੀਆਂ ਬੱਸਾਂ ਜਿਹੜੀਆਂ ਸੀ ਉਹਨਾਂ ਨੇ ਹਾਇਰ ਕੀਤੀਆਂ, ਕਦੀ ਇੱਦਾਂ ਨਹੀਂ ਸੀ ਹੋਇਆ। ਉਹ ਵੀ ਜਿਹੜਾ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ। ਸਹੁੰ ਚੁੱਕ ਸਮਾਗਮ ਦੇ ਉੱਤੇ ਵੀ ਆਪਣੇ ਨੂੰ ਦੱਸਣ ਦੀ ਕੋਸ਼ਿਸ਼ ਤਾਂ ਇਹ ਕੀਤੀ ਗਈ ਕਿ ਭਗਤ ਸਿੰਘ ਜੀ ਦਾ ਆਸ਼ੀਰਵਾਦ ਲੈ ਕੇ ਫਿਰ ਅਸੀਂ ਅੱਗੇ ਚੱਲਾਂਗੇ ਔਰ ਪਰ ਉੱਥੇ ਵੀ ਜਿਹੜਾ ਕਰੋੜਾਂ ਰੁਪਇਆ ਦਾ ਖਰਚਾ ਕੀਤਾ ਗਿਆ, ਉਹ ਵੀ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਉਣ ਦੀ ਬਜਾਏ ਉਹ ਤੀਸਰੇ ਚੌਥੇ ਦਿਨ ਹੀ ਉਹਨਾਂ ਦਾ ਵਿਸ਼ਵਾਸ ਖਤਮ ਹੋ ਗਿਆ ਔਰ ਲੋਕ ਤੀਸਰੇ ਦਿਨ ਹੀ ਆਪਸ ਵਿੱਚ ਗੱਲਾਂ ਕਰਨ ਲੱਗ ਪਏ। ਔਰ ਅੱਜ 1 ਮਹੀਨਾ ਪੂਰਾ ਨਹੀਂ ਹੋਇਆ ਕਿ ਅੱਜ ETT ਟੀਚਰ ਜਿਹੜੇ ਆ ਉਹ ਬਰਨਾਲਾ ਦੇ ਵਿੱਚ ਬੈਠੇ ਆ। ਕੱਲ ਵੀ ਤੁਸੀਂ ਅਖਬਾਰਾਂ 'ਚ ਦੇਖਿਆ, ਉਹ ਧਰਨੇ ਤੇ ਬੈਠੇ ਨੇ। ਉਹ CM ਦੀ ਕੋਠੀ ਮੂਹਰੇ ਲਗਾਤਾਰ ਧਰਨਾ ਲਾ ਕੇ ਬੈਠੇ ਨੇ। ਔਰ ਜਿਹੜੇ ਬੇਰੁਜ਼ਗਾਰ ਟੀਚਰ ਨੇ ਉਹ ਲਗਾਤਾਰ ਸੰਗਰੂਰ ਦੇ ਵਿੱਚ CM ਦੀ ਕੋਠੀ ਦੇ ਵਿੱਚ ਧਰਨਾ ਲਾ ਕੇ ਬੈਠੇ ਨੇ ਕਿਉਂਕਿ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਵਿਸ਼ਵਾਸ ਜਿਹੜਾ ਆ ਉਹ ਦੇ ਪਾਤਰ ਨਹੀਂ ਹੈ ਔਰ ਇਹਨਾਂ ਦਾ ਡਿਸੀਜਨ ਜਿਹੜਾ ਕਿਤੇ ਹੋਰ ਪਾਸੇ ਹੋਣ ਡਿਆ। ਔਰ ਅੱਜ ਦੀ ਅਖਬਾਰ ਦੀ ਸਵੇਰ ਦੀ ਖਬਰ ਹੈ ਕਿ ਬਿਜਲੀ ਦੇ ਮਾਪ ਤਾਂ ਕੀ ਹੋਣੇ ਸੀ, ਬਿਜਲੀ ਦੇ ਕੱਟਾਂ ਤੋਂ ਪਰੇਸ਼ਾਨ ਕਿਉਂਕਿ ਜਿਸ ਤਰ੍ਹਾਂ ਦੀ ਪੋਜੀਸ਼ਨ ਅੱਜ ਬਿਜਲੀ ਦੀ ਹੋਈ ਹੈ ਉਹਦੇ ਤੇ ਕਿਸੇ ਨੇ ਕੋਈ ਚਿੰਤਾ ਵਿਅਕਤ ਨਹੀਂ ਕੀਤੀ, ਪਰ ਉਹਦੇ ਤੋਂ ਵੀ ਪਰੇਸ਼ਾਨ ਹੋ ਕੇ ਅੱਜ ਖਬਰ ਤਾਂ ਬੋਪਾ ਜਿਹੜੀ ਹੈ ਅੰਮ੍ਰਿਤਸਰ ਤੋਂ ਲੱਗੀ, ਪਰ ਤਰਨਤਾਰਨ ਦੇ ਪਿੰਡ ਬੋਪਰਾਂ ਦੇ 66 kV ਦਾ ਜਿਹੜਾ ਆ ਉਹਦੇ 'ਚ ਕਿਸਾਨ ਉੱਥੇ ਆ ਕੇ ਉਹਦੇ ਅੰਦਰ ਵੜ ਕੇ ਧਰਨੇ ਤੇ ਬੈਠ ਗਏ। ਭਾਵ ਵਿਸ਼ਵਾਸ ਜਿਹੜਾ ਖੋ ਚੁੱਕੇ ਹੈ। ਬੀਤੇ ਦਿਨੀ ਪੰਜਾਬੀ ਯੂਨੀਵਰਸਿਟੀ ਦੇ ਨਜ਼ਦੀਕ ਕਬੱਡੀ ਪ੍ਰਮੋਟਰ ਧਰਮਿੰਦਰ ਸਿੰਘ ਭਿੰਦਾ ਦਾ ਗੋਲੀਆਂ ਮਾਰ ਕੇ ਕੁਝ ਗੈਂਗਸਟਰਾਂ ਦੀ ਪਾਸੋਂ ਕਤਲ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਤੁਰੰਤ ਹੀ ਪਟਿਆਲਾ ਜ਼ਿਲ੍ਹੇ ਦੀ ਪੁਲਿਸ ਦੀ ਟੀਮਾਂ ਦੇ ਪਾਸੋਂ ਵੱਖ-ਵੱਖ ਟੀਮ ਬਣਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਸ ਵਿੱਚ 7 ਆਰੋਪੀ ਹਨ ਜੋ ਗ੍ਰਿਫਤਾਰ ਕਰ ਲਏ ਗਏ ਹਨ, ਜਿਸ ਵਿੱਚ 2 ਮੁੱਖ ਆਰੋਪੀ ਸਨ। ਉਹ ਲੰਬੇ ਸਮੇਂ ਤੋਂ ਫਰਾਰ ਸਨ, ਜਿਨ੍ਹਾਂ ਨੂੰ ਕੱਲ ਉੱਤਰਾਖੰਡ ਦੇਹਰਾਦੂਨ ਤੋਂ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਗ੍ਰਿਫਤਾਰੀ ਦੇ ਵਿੱਚ ਪੁਲਿਸ ਵੱਲੋਂ ਮੁੱਖ ਆਰੋਪੀ ਹਰਵੀਰ ਸਿੰਘ ਅਤੇ ਤੇਜਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਦੋਵੇਂ ਵਿਅਕਤੀਆਂ ਨੇ ਤਾਰ ਜੋ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਲ ਜੁੜੇ ਹੋਏ ਹਨ। ਦੱਸ ਦਈਏ ਕਿ ਇਸ ਗ੍ਰਿਫਤਾਰੀ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ, ਜਿਸ ਦੀ ਬਾਂਹ ਜੋ ਕਿ ਫ੍ਰੈਕਚਰ ਹੋਈ ਹੈ। ਫਿਲਹਾਲ ਇਹਨਾਂ ਦੋਨੋਂ ਗੈਂਗਸਟਰਾਂ ਨੂੰ ਅਸਲਾ ਅਤੇ ਬਾਰੂਦ ਸਮੇਤ ਕਾਬੂ ਕਰ ਲਿਆ ਗਿਆ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਜੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਰਕਾਰ ਵੱਲੋਂ ਆਨਰੇਬਲ CM ਸਾਹਿਬ ਵੱਲੋਂ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀ ਹਦਾਇਤਾਂ ਇਹ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਅਜੇ ਅੰਡਰ ਪ੍ਰੋਸੈਸ ਹੈ ਤੇ ਵੀ ਆਰ ਅੰਡਰ ਸਟੇਜ ਆਫ ਫਾਰਮੇਸ਼ਨ ਵਿਦ ਆਲ ਸਪੋਰਟ ਫਰਮ ਦ ਗਵਰਨਮੈਂਟ ਐਂਡ ਦ ਪੁਲਿਸ ਡਿਪਾਰਟਮੈਂਟ। ਸਾਡਾ ਇਹਦੇ 'ਚ ਟਾਸਕ ਬਹੁਤ ਹੀ ਕਲੀਅਰ ਹੈ। ਅਸੀਂ ਇਸ ਗੱਲ ਤੋਂ ਸਹਿਮਤ ਹੈ ਕਿ ਇਹ ਪ੍ਰੋਬਲਮ ਸਾਡੇ ਸਟੇਟ 'ਚ ਚੱਲਦੀ ਪਈ ਹੈ
ਔਰ ਇਹਨੂੰ ਜਿੱਦਾਂ ਸਾਡੇ ਪ੍ਰੋਵੀਜ਼ਨਸ ਆਫ ਲਾਅ ਹੈ ਉਹਦੇ ਤਹਿਤ ਇਹਨੂੰ ਸਟ੍ਰੇਟ ਫਾਰਵਰਡ ਹੈਡ ਔਨ ਟੈਕਲ ਕਰਨਾ ਪੈਣਾ। ਇਨੀ ਗਾਈਡਲਾਈਨਸ ਦੇ ਚੱਲਦੇ ਜੇ ਤੁਹਾਨੂੰ ਸਾਰਿਆਂ ਨੂੰ ਚੇਤਾ ਹੈਗਾ FIR ਨੰਬਰ 3838 ਜਿਹੜੀ ਰਜਿਸਟਰ हुई ਸੀ पंजाबी यूनिवर्सिटी पटियाला के सामने मर्डर होया सीगा, उसमें मेन अक्यूज्ड ਜਿਹੜੇ ਵਾਂਟਡ ਸੀਗੇ तो इन जॉइंट ऑपरेशन एंटी गैंगस्टर टास्क फोर्स ਤੇ पंजाब पटियाला पुलिस वी हैव वर्क जॉइंटली और ਜਿਹੜਾ ਮੇਨ ਅਕਿਊਜ਼ ਸੀਗਾ ਇਹਦੇ ਵਿੱਚ ਹਰਵੀਰ, ਇਹਨੂੰ ਅਸੀਂ ਕੱਲ ਅਰੈਸਟ ਕੀਤਾ ਆ ਉੱਤਰਾਖੰਡ ਦੇਹਰਾਦੂਨ। सबसीक्वेंटली second co-accused ਜਿਹੜਾ ਹੈ ਤੇਜਿੰਦਰ ਸਿੰਘ ਫੌਜੀ, he has also been arrested and all efforts are being made ਕਿ ਜਿਹੜੇ ਬਾਕੀ ਰਹਿੰਦੇ ਦੋ ਦੋਸ਼ੀ ਹਨ ਛੇਤੀ ਤੋਂ ਛੇਤੀ ਫੜੇ ਜਾਣ। ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਦੀ ਅਗਵਾਈ ਵਿੱਚ ਥਾਣਾ ਵੈਰੋਵਾਲ ਵਿਖੇ ਧਰਨਾ ਲਗਾਇਆ ਤੇ ਇਸ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਵੀ ਸ਼ਾਮਿਲ ਹੋਈਆਂ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂ ਦਿਆਲ ਸਿੰਘ ਮੀਆਂਵਿੰਡ ਅਤੇ ਧਰਨੇ ਵਿੱਚ ਸ਼ਾਮਲ ਵੱਖ-ਵੱਖ ਔਰਤਾਂ ਨੇ ਦੱਸਿਆ ਕਿ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡਾਂ ਵਿੱਚ ਅੱਜ ਵੀ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਲੱਗਾ ਹੈ ਖਾਸ ਕਰਕੇ ਨਸ਼ੇ ਦੇ ਮੁੱਦੇ ਮੈਂ ਤੇ ਤੁਹਾਡੇ ਸਾਹਮਣੇ ਜੀ ਹੁਣੇ ਖੁਫੀਆ ਰੇਟ ਤੇ ਸੀਗਾ ਸਿਵਲ ਦੇ ਵਿੱਚ, ਮੈਂ ਅਜੇ ਆ ਹੀ ਰਿਹਾ ਵਾਂ ਮਾਈਨਿੰਗ ਦੇ ਸੰਬੰਧ ਦੇ ਵਿੱਚ ਦਰਿਆ ਦੇ ਉੱਤੇ ਗਿਆ ਸੀਗਾ। ਉੱਥੋਂ ਆ ਰਿਹਾ, ਮੇਰੇ ਆਉਂਦਿਆਂ ਨੂੰ ਇਹ ਸਾਰੀਆਂ ਭੈਣਾਂ ਮੇਰੀਆਂ ਬੈਠੀਆਂ ਸੀਗੀਆਂ, ਬਜ਼ੁਰਗ ਬੈਠੇ ਸੀਗੇ। ਇਹਨਾਂ ਦੇ ਨਾਲ ਅੰਦਰ ਬੁਲਾ ਕੇ ਇਹਨਾਂ ਨੂੰ ਮੈਂ ਪੁੱਛਿਆ ਵੀ ਦੱਸੋ ਜੀ ਕਿਹੜੀਆਂ ਕੀ ਤੁਹਾਡੀਆਂ ਮੁਸ਼ਕਲਾਂ ਨੇ। ਇਹਨਾਂ ਕਿਹਾ ਜੀ ਸਾਡੇ ਪਿੰਡ ਦੇ ਵਿੱਚ ਕੁਝ ਅਨਸਰ ਜਿਹੜੇ ਆ ਉਹ ਨਸ਼ਾ ਵੇਚਦੇ ਨੇ। ਠੀਕ ਹੈ ਜੀ, ਇਹਨਾਂ ਦੇ ਪਿੰਡ ਦੇ ਵਿੱਚ ਜਿਹੜੇ ਆ ਮੈਂ 3 ਵਾਰ ਖੁਦ ਜਿਹੜਾ ਰੇਡ ਕਰ ਚੁੱਕਾ ਜੀ, ਰੇਡ ਕਰਕੇ ਆ ਚੁੱਕਾ ਵਾਂ। ਉੱਥੋਂ ਜਾ ਕੇ ਪੁੱਛਿਆ ਗਿਆ ਵੀ ਦੱਸੋ ਕਿਹੜੇ ਬੰਦੇ ਕਿੱਥੇ ਬਹਿ ਕੇ ਪੀਂਦੇ ਨੇ, ਕਿੱਥੇ ਵੇਚਦੇ ਨੇ, ਉਹ ਸਾਰੀ ਘੋਖ ਕੀਤੀ ਗਈ ਆ। ਤੇ ਮੈਂ ਇੱਥੇ 29 ਤਰੀਕ ਨੂੰ ਚਾਰਜ ਲਿਆ। 29 ਤਰੀਕ ਤੋਂ ਲੈ ਕੇ ਹੁਣ ਤੱਕ ਆ ਜਿਹੜੇ ਮੈਂ 13 ਮੁਕੱਦਮੇ ਜਿਹੜੇ ਆ ਜੀ ਨਸ਼ੇ ਵਾਲਿਆਂ ਦੇ ਖਿਲਾਫ ਦਰਜ ਕੀਤੇ, ਜਿਹਦੇ ਵਿੱਚ ਇੱਕ ਚਾਲੂ ਭੱਠੀ, ਲਾਣ 625 ਕਿਲੋ, ਸ਼ਰਾਬ 57,375 ml ਤੇ 140 ਗ੍ਰਾਮ ਹੀਰੋਇਨ ਜਿਹੜੀ ਵੱਖ-ਵੱਖ ਸਮਗਲਰਾਂ ਤੋਂ ਜਿਹੜੀ ਹੈ ਫੜ ਕੇ ਉਹਨਾਂ ਨੂੰ ਜਿਹੜਾ ਜੇਲ੍ਹਾਂ ਤੱਕ ਪਹੁੰਚਾਇਆ ਹੈ। ਤੇ ਉਹਨਾਂ ਦਾ ਜਿਹੜਾ ਅਸੀਂ ਨੈਟਵਰਕ ਜਿਹੜੀ ਹੈ ਤੋੜਨ ਦੀ ਕੋਸ਼ਿਸ਼ ਕੀਤੀ ਹੈ ਤੇ ਜਿਹੜੇ ਫਾਰਵਰਡ ਤੇ ਬੈਕਵਰਡ ਲਿੰਕ ਹੈ ਵੀ ਕਿੱਥੋਂ ਲੈ ਕੇ ਆਏ ਤੇ ਕਿਹਨੂੰ ਗਾਂ ਦੇਣ ਚੱਲੇ ਸੀਗੇ ਉਹਦੇ ਬਾਰੇ ਜਿਹੜਾ ਪਤਾ ਕਰਕੇ ਇੱਕ ਬੰਦਾ ਸਾਡਾ ਜੇਲ੍ਹ 'ਚ ਜਿਹਨੇ ਮੰਗਵਾਈ ਸੀਗੀ ਉਹਦੇ ਅਸੀਂ ਵਾਰੰਟ ਜਿਹੜੇ 18 ਤਰੀਕ ਲਈ ਲਾਏ ਆ, ਉਹਨੂੰ ਜੇਲ੍ਹ ਦੇ ਵਿੱਚੋਂ ਲਿਆ ਕੇ ਉਹਦੇ ਕੋਲ ਜਿਹੜੀ ਪੁੱਛਗਿੱਛ ਗਾਂ ਕਰਕੇ ਤੇ ਅਗਲਾ ਜਿਹੜਾ ਉਹਦਾ ਮੇਨ ਸਮਗਲਰ ਆ ਉਹਦੇ ਤੱਕ ਪਹੁੰਚਿਆ ਜਾਊਗਾ। ਬੀਤੀ ਰਾਤ ਤੇਜ਼ ਝੱਖੜ ਹਨੇਰੀ ਦੇ ਕਾਰਨ ਬਿਜਲੀ ਦੀਆਂ ਤਾਰਾਂ ਦੀ ਸਪਾਰਕਿੰਗ ਹੋਈ, ਜਿਸ ਕਾਰਨ ਪਿੰਡ ਤਲਾਣੀਆਂ ਵਿਖੇ ਕਣਕ ਦੀ 32 ਏਕੜ ਫਸਲ ਸੜ ਕੇ ਸੁਆਹ ਹੋ ਗਈ, ਜਿਸ ਕਾਰਨ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ। ਪੀੜਤ ਕਿਸਾਨ ਹਰਨੇਕ ਸਿੰਘ, ਹਰਮਿੰਦਰ ਸਿੰਘ, ਕੇਸਰ ਸਿੰਘ ਅਤੇ ਲਾਭ ਸਿੰਘ ਨੇ ਦੱਸਿਆ ਹੈ ਕਿ ਬੀਤੀ ਰਾਤ ਸਮੇਂ ਜਦੋਂ ਤੇਜ਼ ਹਵਾ ਚੱਲੀ ਉਸ ਸਮੇਂ ਬਿਜਲੀ ਦੀਆਂ ਢਿੱਲੀਆਂ ਤਾਰਾਂ ਆਪਸ ਵਿੱਚ ਟਕਰਾ ਗਈਆਂ ਤੇ ਉਹਨਾਂ ਦੇ ਸ਼ਾਰਟ ਸਰਕਟ ਦੇ ਕਾਰਨ ਕਣਕ ਦੀ ਸੁੱਕੀ ਫਸਲ ਨੂੰ ਅੱਗ ਲੱਗ ਗਈ। ਤਲਾਣੀਆਂ ਪਿੰਡ ਵਿਖੇ ਆਏ ਆ ਤੇ ਸਾਰੀ ਸਾਡੇ ਅਫਸਰ ਸਾਹਿਬਾਨ ਨਾਲ ਨੇ, ਸਾਰਾ ਤਲਾਣੀਆਂ ਦੇ ਸਾਡੇ ਕਿਸਾਨ ਵੀਰ ਜਿਨ੍ਹਾਂ ਨੇ ਆਪਣੇ ਪੁੱਤਾਂ ਵਾਂਗ ਪਾਲੀ ਫਸਲ ਜਿਹੜੀ ਕਿ 32 ਏਕੜ ਦੇ ਕਰੀਬ ਸੀ ਉਹ ਸਾਰੀ ਸੜ ਕੇ ਸੁਆਹ ਹੋ ਗਈ। ਉਹਦੇ ਬਾਬਤ ਅਸੀਂ ਸਾਰੇ ਸਾਡੇ ਕਿਸਾਨ ਵੀਰਾਂ ਨਾਲ ਆਏ ਆ, ਉਹਨਾਂ ਨੇ ਗੱਲਬਾਤ ਸੁਣੀ ਹੈ ਤੇ ਨਾਲ ਦੀ ਨਾਲ ਤਹਿਸੀਲਦਾਰ ਸਾਹਿਬ ਹਾਜ਼ਰ ਨੇ ਤੇ ਉਹਨਾਂ ਨੇ ਕਿਹਾ ਕਿ 32 ਏਕੜ ਦੀ ਜਿਹੜੀ ਸੀ ਪੂਰਾ ਖਰਾਬੇ ਦਾ ਜਿਹੜੀ ਗਿਰਦਾਵਰੀ ਕਰ ਦਿੱਤੀ ਤੇ ਅਸੀਂ ਜਿਹੜਾ ਇਹ ਕੇਸ ਪੁੱਟ ਅਪ ਕਰਦੇ ਜਿਹੜਾ ਮੁਆਵਜ਼ਾ ਮਿਲੇ। ਅਸੀਂ ਕੋਸ਼ਿਸ਼ ਕਰਾਂਗੇ ਬਹੁਤ ਛੇਤੀ ਸਾਡੇ ਕਿਸਾਨ ਵੀਰਾਂ ਨੂੰ ਜੋ ਗਵਰਨਮੈਂਟ ਦੀ ਨੋਰਮ ਸਾਹਿਬ ਦੇ ਮੁਤਾਬਕ ਇਹਨਾਂ ਨੂੰ ਪੈਸਾ ਮਿਲਣਾ ਚਾਹੀਦਾ ਔਰ ਮਿਲੂਗਾ ਵੀ। ਇਹਦਾ ਕਾਰਨ ਕੀ ਲੱਗਣਾ ਜੀ? ਕਾਰਨ ਕੱਲ ਬਹੁਤ ਵੱਡਾ ਹਨੇਰੀ ਝੱਖੜ ਸੀ, ਉਹਦੇ ਨਾਲ ਜਿਹੜੀਆਂ ਵਾਇਰਸ ਨੇ ਇਹ 24 ਘੰਟੇ ਲਾਈਟ ਹੈ ਇਹ ਲਟਕਦੀਆਂ ਸੀ, ਕਿਤੇ ਉੱਥੋਂ ਸਪਾਰਕ ਹੋਇਆ ਤੇ ਨਾਲ ਦੀ ਨਾਲ ਸਾਡੇ 32 ਏਕੜ ਜਿਹੜੇ ਕਣਕ ਦੇ ਸੁਆਹ ਹੋਏ ਆ। ਤਾਰਾਂ ਦਾ ਕਰਿਆ ਜੀ ਕੋਈ? ਐਕਸ਼ਨ ਸਾਹਿਬ ਖੜੇ ਨੇ, ਐਕਸ਼ਨ ਸਾਹਿਬ ਨੇ ਦੱਸੋ। ਐਕਸ਼ਨ ਸਾਹਿਬ ਦਾ ਇਹ ਜੀ ਜਿੰਨੀਆਂ ਆਪਣੀਆਂ ਵਾਇਰਸ ਹੈਗੀਆਂ ਨੇ ਇਹ 'ਚ ਇੰਟਰਮੀਡੀਏਟ ਪੋਲ ਲੱਗਣੇ ਬਣਦੇ ਨੇ। ਇੰਟਰਮੀਡੀਏਟ ਪੋਲ ਅਸੀਂ ਲਗਾ ਕੇ ਇਹਨਾਂ ਦੀ ਜਿਹੜੀ ਬੜਾ ਮਸਲਾ ਉਹਦਾ ਪਰਮਾਨੈਂਟ ਹੱਲ ਕਰ ਦਿਆਂਗੇ। ਸਾਰੇ ਕਹਿੰਦੇ ਲਗਾਤਾਰ 5 ਸਾਲ ਤੋਂ ਉਰੇ ਫਸਲ ਨੂੰ ਅੱਗ ਲੱਗ ਰਹੀ ਆ ਤੇ ਤਾਰਾਂ ਦਾ ਪਹਿਲਾਂ ਹੱਲ ਕਰਨਾ ਚਾਹੀਦਾ ਸੀ। ਇਹ ਦੇਖੋ ਇਹ 5 ਸਾਲ ਤੋਂ ਹੀ ਅੱਗ ਲੱਗ ਰਹੀ ਹੈ ਜੀ। ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਤਾਰਾਂ ਦਾ ਇਨਵੋਲਵਮੈਂਟ ਹੈਗੀ ਤਾਂ ਅਸੀਂ ਉਸ ਟਾਈਮ ਦੇਖਣਾ ਜੀ। ਜੇ ਪਿਛੇ 5 ਸਾਲ ਲੱਗੀ ਆ ਜੀ ਤਾਂ ਉਹਦਾ ਕਾਰਨ ਸ਼ਾਇਦ ਤਾਰਾਂ ਦਾ ਨਾ ਹੋਣ, ਕੋਈ ਹੋਰ ਕਾਰਨ ਹੋ ਸਕਦਾ। ਇਸ ਕਰਕੇ ਇਸੇ ਕਰਕੇ ਕੰਪਨਸੇਸ਼ਨ ਦੇ ਵਿੱਚ ਕਦੀ ਨਹੀਂ ਫਾਈਲ ਲੱਗੀ ਇਹਨਾਂ ਦੀ, ਪਰ ਅਸੀਂ ਫਿਰ ਹੁਣ ਇਸ ਵਾਰ ਜਿਹੜੀ ਹੈ ਇਹਦੇ ਜਿਹੜਾ ਬਣਦਾ ਕੰਮਕਾਰ ਉਹ ਕਰਕੇ ਦੇਵਾਂਗੇ ਜੀ। ਜਿੰਨੇ ਇੰਟਰਮੀਡੀਏਟ ਪੋਲ ਲੱਗੇ ਨੇ, ਜਿਵੇਂ ਸਾਨੂੰ MLA ਸਾਹਿਬ ਨੇ ਗਾਈਡ ਕੀਤਾ, ਇਹਨਾਂ ਦੇ ਮੁਤਾਬਕ ਅਸੀਂ ਪੋਲ ਲਗਾ ਕੇ ਜਿਹੜੀਆਂ ਤਾਰਾਂ ਵੱਡੀਆਂ ਕਰਨੀਆਂ ਮੈਨੂੰ ਕਰਕੇ ਦੇਵਾਂਗੇ ਤੇ ਨਾਲ ਜਿਹੜੀ ਬਣਦਾ ਕੰਪਨਸੇਸ਼ਨ ਹੈ ਉਹ ਡਿਪਾਰਟਮੈਂਟ ਦੀਆਂ ਹਦਾਇਤਾਂ ਦੇ ਮੁਤਾਬਕ ਇਹਨਾਂ ਨੂੰ ਦਿੱਤਾ ਜਾਊਗਾ ਜੀ ਜਲਦ ਤੋਂ ਜਲਦ।
ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਧੀਨ ਆਉਂਦੇ ਪਿੰਡ ਤਲਾਣੀਆਂ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ ਸੀ ਤੇ ਉਸ ਤੋਂ ਬਚਾਉਣ ਲਈ ਅੱਗ ਬੁਝਾਊ ਦਸਤਿਆਂ ਦੀ ਵੱਡੀ ਗਿਣਤੀ ਵਿੱਚ ਅਗਿਆਤ ਲੋਕਾਂ ਨੇ ਰੋਕ ਕੇ ਭੰਨਤੋੜ ਕੀਤੀ ਤੇ ਡਰਾਈਵਰ ਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਤੋਂ ਇਲਾਵਾ ਫਾਇਰਮੈਨ ਦੇ 2 ਮੈਂਬਰਾਂ ਨੂੰ ਵੀ ਸੱਟਾਂ ਲੱਗੀਆਂ ਤੇ ਬੜੀ ਮੁਸ਼ਕਿਲ ਨਾਲ ਭੱਜ ਕੇ ਜਾਨ ਬਚਾਈ ਗਈ। ਬਹਰਾਲ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਸਥਾਨ ਦੇ ਵਿੱਚ ਕੰਮ ਕਰਦਾ ਜੀ, ਮੇਰਾ ਪਿੰਡ ਬਲਸੂਆ ਜੀ, ਤੇ ਰਾਤ ਸਾਨੂੰ 9:30 ਵਜੇ ਫੋਨ ਆਇਆ ਸੀਗਾ ਤਲਾਣੀਆਂ ਦਾ ਜੀ, ਅੱਗ ਲੱਗੀ ਸੀ। ਅਸੀਂ ਉੱਥੇ ਜਦੋਂ ਪਹੁੰਚੇ, ਅਸੀਂ ਹੋਰ ਪਾਸੇ ਆ ਕੇ ਉੱਤੇ ਜਾਣ ਕਰਕੇ ਅਸੀਂ ਲੇਟ ਹੋ ਗਏ ਥੋੜ੍ਹਾ ਜਿਹਾ। ਉੱਥੇ ਜਾਂਦੇ ਸਾਰ ਸਾਨੂੰ ਲੋਕਾਂ ਨੇ ਘੇਰ ਲਿਆ ਤੇ ਉੱਥੋਂ ਅਸੀਂ ਬਚ ਕੇ ਨਿਕਲੇ ਤਾਂ ਅੱਗੇ ਬਾਈਪਾਸ ਤੇ ਮੂਹਰੇ ਟਰੈਕਟਰ ਲਾ ਕੇ ਉਹਨਾਂ ਨੇ ਧਰਨਾ ਲਾਇਆ ਹੋਇਆ ਸੀਗਾ, ਜਿੱਥੇ ਕਿ ਆਪਣਾ ਉਹਨਾਂ ਨੂੰ ਮੇਰੇ ਉੱਪਰ ਚੜ੍ਹ ਕੇ ਉਹਨਾਂ ਨੇ ਗੱਡੀ ਦੇ ਡਰਾਈਵਰ ਸਾਈਡ ਨੂੰ ਮੇਰੇ ਤੇ ਹਮਲਾ ਕੀਤਾ, ਜਿਸ ਨਾਲ ਗਿਆ ਮੇਰਾ ਜਵਾੜਾ ਤਕਲੀਫ 'ਚ ਬਹੁਤ ਹਿੱਲਿਆ ਹੋਇਆ ਜ਼ਿਆਦਾ। ਤੇ ਇਸ ਕਰਕੇ ਮੈਂ ਮੰਗ ਕਰਦਾ ਜੀ, ਉਹਨਾਂ ਨੇ ਸਰਕਾਰੀ ਗੱਡੀ ਦਾ ਨੁਕਸਾਨ ਕਰਿਆ ਤੇ ਸਾਡੀ ਇਸ 'ਚ ਕੋਈ ਗਲਤੀ ਨਹੀਂ ਜੀ, ਅਸੀਂ ਆਪਣਾ ਟਾਈਮ 'ਤੇ ਪਹੁੰਚੇ ਹਾਂ, ਪਰ ਉਹਨਾਂ ਨੇ ਸਾਤੇ ਜ਼ਿਆਦਾ ਹੋ ਕਰਕੇ ਸਾਡੀ ਗੱਡੀ ਤੋੜ ਭੰਨ ਕਰੀ ਹੈ, ਸਾਤੇ ਹਮਲਾ ਕਰਿਆ ਜੀ। ਮੈਂ ਪ੍ਰਸ਼ਾਸਨ ਨੂੰ ਮੰਗ ਕਰਦਾ ਜੀ ਕਿ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ। ਪੰਜਾਬ ਵਿੱਚ ਦੇਹ ਵਪਾਰ ਦਾ ਧੰਦਾ ਪੈਰ ਪਸਾਰਦਾ ਹੋਇਆ ਨਜ਼ਰ ਆ ਰਿਹਾ ਹੈ। ਮਾਮਲਾ ਜਲੰਧਰ ਦੀ ਵੈਸਟ ਬਸਤੀ ਦਾ ਹੈ, ਜਿੱਥੇ ਬਦਰੀ ਕਲੋਨੀ ਵਿੱਚ ਛਾਪਾ ਮਾਰ ਕੇ 2 ਔਰਤਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ। ਕਲੋਨੀ ਦੇ ਪ੍ਰਧਾਨ ਮੁਤਾਬਿਕ ਇਹ ਘਰ ਸੇਵਾ ਮੁਕਤ CIA ਸਟਾਫ ਦੇ ਸਬ ਇੰਸਪੈਕਟਰ ਦਾ ਹੈ, ਜਿੱਥੇ ਲੰਬੇ ਸਮੇਂ ਤੋਂ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਸੀ। ਛਾਪੇਮਾਰੀ ਦੌਰਾਨ 2 ਨੌਜਵਾਨ ਕੰਧ ਟੱਪ ਕੇ ਫਰਾਰ ਵੀ ਹੋ ਗਏ, ਜਦੋਂ ਕਿ ਇੱਕ ਔਰਤ ਨੂੰ ਜ਼ਖਮੀ ਹਾਲਤ ਵਿੱਚ ਦਬੋਚ ਲਿਆ ਗਿਆ। ਬਹਰਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਕੌਣ-ਕੌਣ ਇਸ ਧੰਦੇ ਵਿੱਚ ਸ਼ਾਮਿਲ ਹੈ। ਤੇ ਬਸੀ ਦਾਨਿਸ਼ਮੰਦਾ ਵਿੱਚ ਪੈਂਦੀ ਹੈ। ਇੱਥੇ ਅੱਜ ਨਾ ਆਪਣਾ ਕਾਫੀ ਦਿਨਾਂ ਤੋਂ ਇੱਕ ਲੋਕ ਗਲਤ ਕੰਮ ਕਰ ਰਹੇ ਸਾਡੀ ਕਲੋਨੀ 'ਚ। ਉਹਨਾਂ ਨੇ 1-2 ਵਾਰੀ ਵਾਰਨਿੰਗ ਦਿੱਤੀ, ਬਟ ਉਹ ਨਹੀਂ ਸਮਝੇ। ਫਿਰ ਅੱਜ ਅਸੀਂ ਆਪਣੀ ਪੂਰੀ ਟੀਮ ਨੂੰ ਆਪਣਾ ਉਹਨਾਂ ਦੇ ਪਿੱਛੇ ਲਗਾ ਕੇ, ਉਹਨਾਂ ਵੀਡੀਓ ਕਲਿੱਪ ਲਗਾ ਕੇ ਉਹਨਾਂ ਰੰਗੇ ਹੱਥੀਂ ਫੜਿਆ, ਜਿੱਥੇ ਕਿ 4 ਬੰਦੇ ਸੀਗੇ, ਜਿਸ 'ਚ 2 ਬੰਦੇ ਆਪਣਾ ਦੌੜਨ 'ਚ ਕਾਮਯਾਬ ਹੋ ਗਏ ਤੇ ਇੱਕ ਬੰਦਾ ਤੇ ਇੱਕ ਜਨਾਨੀ ਸੀ ਐਨ ਮੌਕੇ 'ਤੇ ਫੜ ਲਿਆ। ਕੋਈ ਭੱਜਣ ਦੇ ਵਿੱਚ ਕੋਠੇ ਤੋਂ ਛਾਲਾਂ ਮਾਰਨ ਦਾ ਵੀ ਕਿਸੇ ਨੂੰ? ਹਾਂਜੀ, ਕੋਠੇ ਤੋਂ ਉਹਨੇ ਜਿਹੜੀ ਲੇਡੀ ਕੰਮ ਕਰਵਾਉਂਦੀ ਸੀ, ਉਹਨੇ ਜਿਹੜੀ ਲੇਡੀ ਤੋਂ ਕੰਮ ਕਰਵਾ ਰਹੀ ਸੀ, ਉਸ ਲੇਡੀ ਨੂੰ ਕੋਠੇ ਤੋਂ ਛਾਲ ਮਰਵਾਈ, ਜਿਹਦੀ ਅਸੀਂ ਵੀਡੀਓ ਕਲਿੱਪ ਵੀ ਅਸੀਂ ਆਪਣਾ ਬਣਾਇਆ ਤੇ ਲੇਡੀਜ਼ ਨੂੰ ਅਸੀਂ ਆਪਣਾ ਰੰਗੇ 'ਤੇ ਫੜਿਆ। ਉਹਦੇ ਸੱਟ ਵੀ ਲੱਗੀ ਉਹਦੇ। ਹਾਂਜੀ, ਪੁਲਿਸ ਮੌਕੇ 'ਤੇ ਆ ਗਈ। ਇੱਕ ਲੇਡੀਜ਼ ਇੱਕ ਜੈਂਟਸ। ਨਹੀਂ 2 ਲੇਡੀਜ਼ ਲੈ ਕੇ ਨਾ, ਇੱਕ ਹਾਂ ਸੌਰੀ, ਇੱਕ ਜਿਹੜਾ ਆਪਣਾ ਜਿਹੜੀ ਜਨਾਨੀ ਨਾਲ ਕੰਮ ਕਰਵਾ ਰਹੀ ਸੀ, ਇੱਕ ਉਹ ਲੈ ਕੇ ਆਈ ਤੇ ਇੱਕ ਜਿਹੜੀ ਆਪਣਾ ਉੱਥੇ ਕਰ ਰਹੀ ਸੀ ਉਹਨੂੰ ਫੜਿਆ। ਨਾਲ ਦੇ ਇੱਕ ਬੰਦਾ ਸੀਗਾ ਹਰਕੀਰਤ ਸਿੰਘ। ਮੈਂ ਬੱਦੀ ਯੂਨੀਵਰਸਿਟੀ ਦਾ ਪ੍ਰਧਾਨ। ਅੱਜ ਮੋਗਾ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ 2 ਵਿਅਕਤੀਆਂ ਨੂੰ 10 ਕਿਲੋ ਅਫੀਮ ਸਮੇਤ ਕਾਬੂ ਕੀਤਾ ਗਿਆ ਤੇ ਇਹ ਤਸਕਰ ਇੱਕ ਆਲਟੋ ਕਾਰ ਵਿੱਚ ਆ ਰਹੇ ਸਨ ਤੇ ਤਲਾਸ਼ੀ ਦੌਰਾਨ ਅਫੀਮ ਬਰਾਮਦ ਕੀਤੀ ਗਈ ਸੀ। ਇਹਨਾਂ ਨੇ ਦੱਸਿਆ ਕਿ ਇਹ ਅਫੀਮ ਤਰਨਤਾਰਨ ਤੋਂ ਖਰੀਦ ਕੇ ਲਿਆਏ ਸਨ ਤੇ ਮੋਗਾ ਦੇ ਜੈ ਸਿੰਘ ਵਾਲਾ ਖੇਤਰ ਵਿੱਚ ਜਾ ਰਹੀ ਸੀ। ਬਹਰਾਲ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਿਹੜੇ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਈ ਹੋਈ ਹੈ, ਉਹਦੇ 'ਚ ਮੋਗਾ ਪੁਲਿਸ ਨੂੰ ਕਾਫੀ ਵੱਡੀ ਸਫਲਤਾ ਹਾਸਿਲ ਹੋਈ ਹੈ। ਕੱਲ ਸ਼ਾਮ ਨੂੰ ਸਾਡੀ ਇੰਚਾਰਜ CIA ਜਿਹੜੇ ਬਾਗਾ ਪੁਰਾਣਾ ਹੈਗੇ ਇੰਸਪੈਕਟਰ ਤਿਰਲੋਚਨ ਸਿੰਘ ਤੇ ਉਹਨਾਂ ਦੀ ਟੀਮ ਨੇ ਜਿਹੜਾ ਨਾਕਾ ਲਾਇਆ ਹੋਇਆ ਸੀਗਾ ਆਲਮਵਾਲਾ ਤੋਂ ਜੈ ਸਿੰਘ ਵਾਲਾ ਰੋਡ ਦੇ ਉੱਤੇ, ਉਹਦੇ ਤੇ ਇਹਨਾਂ ਨੂੰ ਇੱਕ ਬੰਦੇ ਨੂੰ ਜਦੋਂ ਇਹਨਾਂ ਨੇ ਰਾਉਂਡ ਅਪ ਕੀਤਾ ਤੇ ਉਹਦੇ ਕੋਲੋਂ 1 ਕਿਲੋ ਅਫੀਮ ਬਰਾਮਦ ਹੋਈ। ਉਹਦੀ ਪੁੱਛਗਿੱਛ ਦੌਰਾਨ ਉਹਦਾ ਨਾਂ ਅਵਤਾਰ ਸਿੰਘ ਸੰਘਾ ਪੁੱਤਰ ਮਹਿੰਦਰ ਸਿੰਘ ਵਾਸੀ ਡੇਮਰੂ ਖੁਰਦ ਨਿਕਲਿਆ ਤੇ ਉਹਦੀ ਗੱਡੀ 'ਚੋਂ 1 ਕਿਲੋ ਅਫੀਮ ਬਰਾਮਦ ਕੀਤੀ ਗਈ। ਜਦੋਂ ਉਹਦੀ ਪੁੱਛਗਿੱਛ ਕੀਤੀ ਗਈ ਹੋਰ ਤੇ ਉਹਨੇ ਅੱਗੇ ਦੱਸਿਆ ਕਿ ਉਹ ਲਖਵਿੰਦਰ ਸਿੰਘ ਪੁੱਤਰ ਬਾਜ ਸਿੰਘ ਹੈਗਾ ਤਰਨਤਾਰਨ ਦੇ ਚੁਤਾਲਾ ਪਿੰਡ ਦਾ ਰਹਿਣ ਵਾਲਾ, ਉਹਦੇ ਕੋਲੋਂ ਇਹ ਅਫੀਮ ਲੈ ਕਰਕੇ ਆਇਆ ਸੀਗਾ। ਔਰ ਫਿਰ ਨਾਲ ਬਾਗੇ ਪੁਰਾਣੇ ਥਾਣੇ ਦੀ ਟੀਮ ਨਾਲ ਹੋ ਗਈ ਇਹਨਾਂ ਦੇ, ਔਰ ਜੋ ਇਨਫੋਰਮੇਸ਼ਨ ਸੀਗੀ ਜਿਹੜੀ ਇਹ ਬੰਦੇ ਨੇ ਦਿੱਤੀ ਸੀ ਸਾਨੂੰ ਅਵਤਾਰ ਸਿੰਘ ਨੇ, ਉਹਦੇ ਬੇਸ 'ਤੇ ਜਦੋਂ ਨਾਕਾ ਆਪਾਂ ਨੱਥੂ ਵਾਲੇ ਲਾਇਆ ਤੇ ਸਾਨੂੰ 9 ਕਿਲੋ ਹੋਰ ਅਫੀਮ ਉਹਦੇ ਕੋਲੋਂ ਬਰਾਮਦ ਹੋਈ ਲਖਵਿੰਦਰ ਸਿੰਘ ਕੋਲੋਂ ਤੇ ਕੁੱਲ ਬਰਾਮਦਗੀ ਇਹਦੀ ਜਿਹੜੀ ਹੈਗੀ ਹੈ ਉਹ ਸਾਨੂੰ 10 ਕਿਲੋ ਅਫੀਮ ਦੀ ਹੋਈ ਹੈ। ਕਿੰਨੇ ਬੰਦੇ ਅਰੈਸਟ ਕੀਤੇ ਗਏ? ਇਹ 2 ਬੰਦੇ ਦੋਨੋਂ ਗ੍ਰਿਫਤਾਰ ਹੋ ਗਏ ਨੇ, ਅਵਤਾਰ ਸਿੰਘ ਤੇ ਲਖਵਿੰਦਰ ਸਿੰਘ। ਅਵਤਾਰ ਸਿੰਘ ਡੇਮਰੂ ਖੁਰਦ ਦਾ ਰਹਿਣ ਵਾਲਾ ਹੈ ਤੇ ਲਖਵਿੰਦਰ ਸਿੰਘ ਜਿਹੜਾ ਹੈਗਾ ਉਹ ਚੁਤਾਲਾ ਪਿੰਡ ਤਰਨਤਾਰਨ ਦਾ ਰਹਿਣ ਵਾਲਾ ਹੈ। ਇਹ ਕਿੱਥੋਂ ਲੈ ਕੇ ਆਉਂਦੇ ਸੀਗੇ? ਇਹ UP ਤੋਂ ਲੈ ਕਰਕੇ ਆਉਂਦੇ ਸੀਗੇ। ਬਾਕੀ ਅੱਗੇ ਹਜੇ ਇਹਨਾਂ ਦੀ ਪੁੱਛਗਿੱਛ ਆਪਾਂ ਕਰ ਰਹੇ ਹੈਗੇ ਆ ਔਰ ਕਾਫੀ ਜ਼ਿਆਦਾ ਇਨਵੋਲਵ ਸੀਗੇ। ਚੁਤਾਲਾ ਪਿੰਡ ਕਾਫੀ ਮਾੜਾ ਪਿੰਡ ਹੈਗਾ ਤਰਨਤਾਰਨ ਦਾ, ਉੱਥੇ ਅਫੀਮ ਦਾ ਕੰਮ ਕਾਫੀ ਹੈ। ਇਸ ਤੋਂ ਇਲਾਵਾ ਮੈਂ ਦੱਸਣਾ ਚਾਹੂੰਗਾ ਕਿ ਜਦੋਂ ਦਾ ਮੈਂ ਇੱਥੇ ਜੁਆਇਨ ਕੀਤਾ ਹੈਗਾ 2 ਤਰੀਕ ਦਾ, ਉਦੋਂ ਦਾ ਆਪਾਂ ਕਰੀਬ 14 ਮੁਕੱਦਮੇ ਜਿਹੜੇ ਹੈਗੇ ਨੇ ਨਸ਼ੇ ਦੇ ਖਿਲਾਫ ਦੇ ਚੁੱਕੇ ਹਾਂ। 18 ਬੰਦੇ ਗ੍ਰਿਫਤਾਰ ਕੀਤੇ ਹੈ ਔਰ 80 ਗ੍ਰਾਮ ਹੈਰੋਇਨ, 50 ਗ੍ਰਾਮ ਸਮੈਕ, 10 ਕਿਲੋ ਅਫੀਮ ਜਿਹੜੀ ਸਾਡੀ ਕੱਲ੍ਹ ਹੀ ਬਰਾਮਦਗੀ ਹੋਈ ਹੈ, 1540 ਨਸ਼ੀਲੀ ਗੋਲੀਆਂ ਤੇ 50,000 ਰੁਪਏ ਡਰੱਗ ਮਨੀ ਆਪਾਂ ਰਿਕਵਰ ਕੀਤੀ ਹੈਗੀ ਹੈ। ਤਰਨਤਾਰਨ
ਵਿੱਚ ਈ ਰਿਕਸ਼ਾ ਆਟੋ ਵਾਲਿਆਂ ਨੇ ਅੱਜ ਸਿਟੀ ਐਸਐਚਓ ਬਲਜੀਤ ਕੌਰ ਦੇ ਖਿਲਾਫ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਘਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਹਨਾਂ ਕਿਹਾ ਕਿ ਐਸਐਚਓ ਈ ਰਿਕਸ਼ਾ ਦੀਆਂ ਚਾਬੀਆਂ ਰੱਖ ਲੈਂਦੀ ਹੈ ਤੇ ਕਈ ਘੰਟੇ ਸਾਡੇ ਖਰਾਬ ਕਰ ਦਿੰਦੀ ਹੈ। ਜਦੋਂ ਇਸ ਸਬੰਧ ਵਿੱਚ ਐਸਐਚਓ ਬਲਜੀਤ ਕੌਰ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ट्रैफिक नियमां नूं लागू किया जा रहा है तो ट्रैफिक में सुधार किया जा रहा है तो किसी नूं तंग परेशान करने वाली कोई भी गल नहीं है। मेरा नाम गुरप्रीत है भाजी। की गलबात हुई है भाजी? गलबात यही है भी असीं किराए ते गड्डियां फड़ियां वा ते किराया कित्थों देना ते कित्थों कमाई करनी। निक्के निक्के बच्चे आ साडे ते पंजाब पुलिस कहिंदी आ भी तुसीं इत्थे किते नहीं खलोना, असीं बॉन्ड करके ते तुहाडे ते परचे करके ते अंदर देवांगे तुहानूं। ते दस्सो साडा की कसूर है भी? भाजी लैना बिल्कुल लैना ला के असीं जाने, असीं खुद लैना वाले ही खड़े आ। जेड़े नहीं लैना च चलदे वो साडे नाल नहीं आए, उन्होंने पता वा भी नहीं असीं जा सकते, असीं शर्मिंदे आ इस गल तो भी असीं लैना च नहीं लाउंदे। ਤੁਹਾਡੇ ਕਰਕੇ ਜਿਹੜੇ ਸਾਰੇ ਜਿਹੜਾ ਆ ਸਾਰਿਆਂ ਦਾ ਜਿਹੜਾ ਨਾਮ ਬਦਨਾਮ ਹੁੰਦਾ ਕੁਝ ਜਾਣਿਆ ਕਰਕੇ। ਹਾਂਜੀ ਹਾਂਜੀ, ਪਰ ਤੁਸੀਂ ਉਸ ਪ੍ਰਤੀ ਪ੍ਰਸ਼ਾਸਨ ਨੂੰ ਦੱਸੋ ਨਾ ਕਿ ਆਹ ਬੰਦੇ ਜਿਹੜੇ ਆ ਤੁਹਾਡੇ ਨਾਲ ਗਲਤ। ਅਸੀਂ ਤੇ ਸਾਹਿਬ ਹੋਣਾ ਤੋਂ ਡਾਕਟਰ ਸੋਲ ਸਾਹਿਬ ਤੋਂ ਹੋਣਾ ਤੋਂ ਲੈ ਕੇ ਰਿਕਵੈਸਟ ਵੀ ਭਾਜੀ ਅਸੀਂ ਦੱਸੋ ਮਤਲਬ ਬੱਚਿਆਂ ਵਾਲੇ ਪਰਿਵਾਰ ਵਾਲੇ ਅਸੀਂ ਕਿੱਥੇ ਜਾਈਏ? ਚਾਹੇ ਸਾਨੂੰ ਵੀ ਕੋਈ ਨੌਕਰੀ ਪੇਸ਼ਾ ਦਿਓ, ਕੋਈ 10-15 ਹਜ਼ਾਰ ਦਾ ਤੇ ਅਸੀਂ ਉੱਥੇ ਲੱਗ ਜਾਈਏ, ਗੱਡੀਆਂ ਛੱਡ ਕੇ ਤੇ ਅਸੀਂ ਆਪਣੇ ਘਰਾਂ ਦੇ ਕੰਮਕਾਰ ਕਰੀਏ, ਆਪਣੇ ਵਧੀਆ ਕਰੀਏ। ਹਾਂਜੀ ਭਾਜੀ ਕੀ ਨਾਮ ਆਪਣਾ? ਚਰਨਜੀਤ ਸਿੰਘ ਜੀ। ਤੇ ਕੀ ਗੱਲਬਾਤ ਹੋਈ ਹੈ ਜਿਹੜੀ ਤੁਸੀਂ ਅੱਜ ਸਾਰੇ ਜਣੇ ਇੱਥੇ ਸੋਲ ਸਾਹਿਬ ਦੇ ਦਫ਼ਤਰ ਆਏ ਜੀ? ਭਾਈ ਗੱਲਬਾਤ ਇਹ ਹੈ, ਸਾਨੂੰ ਪੁਲਿਸ ਪ੍ਰਸ਼ਾਸਨ ਇੰਨਾ ਤਾਂ ਸਾਨੂੰ ਤੰਗ ਕਰਨ ਦਈ ਆ। ਸਾਡੀਆਂ ਗੱਡੀ ਸਵਾਰੀ ਨਹੀਂ ਸਾਨੂੰ ਚੁੱਕਣ ਦੀ, ਜੇ ਸਾਡੀ ਗੱਡੀ ਸਵਾਰੀ ਬਹਿ ਜਾਂਦੀ ਸਾਡੀ ਸਵਾਰੀ ਤਾਰ ਦਿੰਦੇ, ਚਾਬੀ ਕੱਢ ਲੈਂਦੇ ਆ ਤੇ ਵੱਖਰੀਆਂ ਗਾਲਾਂ ਕੱਢਦੇ ਆ ਤੇ ਨਾਲੇ ਚਾਬੀਆਂ ਕੱਢ ਲੈਂਦੇ ਆ। ਉਹ ਸ਼ਰੇਆਮ ਸਾਡੇ ਨਾਲ ਧੱਕਾ ਹੁੰਦਿਆ ਵਾ। ਸਾਡੇ ਨਿੱਕੇ ਨਿੱਕੇ ਬੱਚੇ ਆ, ਅਸੀਂ ਕਿੱਥੇ ਲਿਜਾਈਏ? ਤੇ ਸਾਨੂੰ ਇਹ ਗੱਲ ਦਾ ਦੱਸੋ, ਸਾਡੇ ਕੋਲ ਕਿਹੜੀ ਸਰਕਾਰੀ ਨੌਕਰੀ ਆ? ਸਿਰਫ ਸ਼ਾਮਾਂ ਨੂੰ ਹੀ ਵੱਧ ਤੋਂ ਵੱਧ 400-300 ਇੰਨੀ ਦਿਹਾੜੀ ਪਾ ਕੇ ਹੀ ਘਰੇ ਜਾ ਕੇ ਚੁੱਲ੍ਹਾ ਬਾਲਣਾ ਹੁੰਦਾ ਸੀ, ਆਪਦਾ ਰੋਟੀ ਖਾਣੀ ਹੁੰਦੀ ਆ। ਤੇ ਗੱਡੀਆਂ ਵੀ ਕਈਆਂ ਦੀਆਂ ਗੱਡੀਆਂ ਕਿਰਾਏ ਤੇ ਆ, ਕਈਆਂ ਦੀਆਂ ਗੱਡੀਆਂ ਆਪਦੀਆਂ ਜੀ। ਦੇਖੋ ਜੀ, ਬੱਸ ਲੁਕੀ ਵਾਲੀ ਕੋਈ ਗੱਲ ਨਹੀਂ ਹੋਈ। ਪਰਸਨਲੀ ਅਸੀਂ ਈ ਰਿਕਸ਼ਾ ਵਾਲਿਆਂ ਨੂੰ ਕਿਸੇ ਨੂੰ ਨਹੀਂ ਬੁਲਾਇਆ ਤੇ ਨਾ ਹੀ ਮੈਂ ਕਿਸੇ ਨੂੰ ਮਿਲਣ ਗਈ ਹਾਂ। ਅਸੀਂ ਸ਼ਹਿਰ ਦੇ ਵਿੱਚ ਸਾਰੇ ਹੀ ਸ਼ਹਿਰ ਵਾਸੀਆਂ ਵੱਲੋਂ ਸਾਨੂੰ ਬਹੁਤ ਸਾਰੀਆਂ ਟ੍ਰੈਫਿਕ ਨੂੰ ਲੈ ਕੇ ਕੰਪਲੇਂਟਸ ਆਉਂਦੀਆਂ ਵਾ ਤੇ ਉਹਦੇ ਸਬੰਧ ਵਿੱਚ ਅਸੀਂ ਆਪਣੀ ਗੱਡੀ ਲੈ ਕੇ ਮਾਈਕ ਦੇ ਉੱਤੇ ਸਾਰੇ ਹੀ ਇਕੱਲੇ ਈ ਰਿਕਸ਼ਾ ਨਹੀਂ, ਸਾਰੇ ਹੀ ਸ਼ਹਿਰ ਨੂੰ ਵਾਰਨਿੰਗ ਕੀਤੀ ਆ। ਸਾਰੇ ਸ਼ਹਿਰ ਨੂੰ ਇਹ ਵਾਰਨਿੰਗ ਕੀਤੀ ਆ ਕਿ ਜਿਹੜੀਆਂ ਦੁਕਾਨਾਂ ਤੋਂ ਬਾਹਰ ਸਮਾਨ ਕੱਢ ਕੇ ਲਾਇਆ ਜਾਂਦਾ, ਬੋਰਡ ਲਗਾ ਕੇ ਸਾਰੀ ਬਾਹਰ ਜਿਹੜੀ ਸੜਕ ਰੋਕੀਆਂ ਜਾਂਦੀਆਂ, ਉਹਦੇ ਨਾਲ ਟ੍ਰੈਫਿਕ ਨੂੰ ਬੜੀ ਦਿੱਕਤ ਆਉਂਦੀ ਆ। ਤਾਂ ਕੋਈ ਵੀ ਜਿਹੜਾ ਪਰਸਨ ਸਮਾਨ ਲੈਣ ਆਉਂਦਾ ਹੈ ਉਹ ਆਪਣੀ ਗੱਡੀ ਜਾਂ ਆਪਣਾ ਬਾਈਕ ਬਾਹਰ ਸੜਕ 'ਤੇ ਖੜਾ ਕਰਕੇ ਚਲ ਜਾਂਦਾ, ਜਿਹਦੇ ਕਰਕੇ ਕਈ ਵਾਰ ਬਾਈਕ ਚੋਰੀ ਹੋਣ ਦੀਆਂ ਵੀ ਬਹੁਤ ਕੰਪਲੇਂਟਸ ਆਉਂਦੀਆਂ ਵਾ। ਇਹਨਾਂ ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ ਇੱਕ ਤਾਂ ਅਸੀਂ ਜਿਹੜੀ ਟ੍ਰੈਫਿਕ ਨੂੰ ਬਿਲਕੁਲ ਨਿਰੰਤਰ ਚਲਾਉਣ ਵਾਸਤੇ ਦੁਕਾਨਾਂ ਵਾਲਿਆਂ ਨੂੰ ਵੀ ਵਾਰਨ ਕੀਤਾ ਹੋਇਆ ਤੇ ਈ ਰਿਕਸ਼ਾ ਵਾਲਿਆਂ ਨੂੰ ਵਾਰਨਿੰਗ ਦਿੱਤੀ ਹੋਈ ਆ ਕਿ ਤੁਸੀਂ ਕੋਈ ਵੀ ਆਪਣਾ ਸਮਾਨ ਸੜਕ ਤੇ ਨਹੀਂ ਲਗਾਊਗਾ। ਤਰਨਤਾਰਨ ਦੇ ਕਸਬਾ ਫਤਿਆਬਾਦ ਵਿਖੇ ਸ਼ਰੇਆਮ ਨਸ਼ਾ ਵਿਕਦਾ ਹੈ। ਜਦੋਂ ਇਸ ਦਾ ਵਿਰੋਧ ਇੱਕ ਔਰਤ ਨੇ ਕੀਤਾ ਤਾਂ ਨਸ਼ਾ ਵੇਚਣ ਵਾਲਿਆਂ ਨੇ ਉਕਤ ਔਰਤ ਦੇ ਪਰਿਵਾਰ ਤੇ ਜਾਨਲੇਵਾ ਹਮਲਾ ਕਰ ਦਿੱਤਾ ਤੇ ਖੁਦ ਆਪਣੇ ਆਪ ਨੂੰ ਸੱਟਾਂ ਵੀ ਲਗਵਾ ਲਈਆਂ ਤੇ ਹਸਪਤਾਲ ਦਾਖਲ ਹੋ ਗਿਆ। ਅੱਜ ਔਰਤ ਨੇ ਦੁਖੀ ਹੋ ਕੇ ਖੁਦ ਪੈਟਰੋਲ ਲੈ ਕੇ ਧਰਨਾ ਦਿੱਤਾ ਤੇ ਆਪਣੇ ਆਪ ਨੂੰ ਅੱਗ ਲਗਾਉਣ ਦੀ ਧਮਕੀ ਵੀ ਦਿੱਤੀ। ਉਸਨੇ ਕਿਹਾ ਕਿ ਜੇਕਰ ਇਨਸਾਫ ਨਾ ਮਿਲਿਆ ਤਾਂ ਉਹ ਆਤਮਦਾਹ ਕਰ ਲਵੇਗੀ। ਹਾਂਜੀ ਭੈਣ ਜੀ, ਕੀ ਨਾਮ ਜੀ? ਸੁਖਵਿੰਦਰ ਕੌਰ ਜੀ। ਅੱਜ ਤੁਸੀਂ ਚੌਂਕੀ ਦੇ ਗੇਟ ਗਾੜੀ ਪੈਟਰੋਲ ਦੀ ਬੋਤਲ ਲੈ ਕੇ ਬੈਠੇ ਹੋ, ਕੀ ਕਰਨਾ? ਇਹ ਜੀ ਕਿਲੇ ਮਹੱਲੇ ਦੇ ਵਿੱਚ ਨਸ਼ਾ ਵਿਕਦਾ ਏ, ਸ਼ਰੇਆਮ ਵਿਕਦਾ ਏ। ਸ਼ਾਮ ਦੇ ਟਾਈਮ ਤੇ ਮੁੰਡੇ ਮਤਲਬ ਬਹੁਤ ਜ਼ਿਆਦਾ ਬਹਿੰਦੇ ਆ ਤੇ ਧੀਆਂ ਭੈਣਾਂ ਸਾਰਿਆਂ ਦੀਆਂ ਲੰਘਦੀਆਂ ਵਾ ਤੇ ਸਾਰੇ ਮਤਲਬ ਬੋਲ ਕੇ ਹਟ ਜਾਂਦੇ ਆ। ਜਿਹੜਾ ਕੋਈ ਕਰਦਾ ਵਾ ਇਹ ਤਰ੍ਹਾਂ ਹੀ ਵਿਰੋਧ ਕੀਤਾ ਏ ਤੇ ਬੇਟੇ ਮੰਡੀ ਦੇ ਵਿੱਚ ਦੁਪਹਿਰ ਦੇ ਟਾਈਮ 'ਚ ਰੋਟੀ ਖਾਣ ਆਏ ਆ ਤੇ ਬੇਟਿਆਂ ਦੇ ਗਲ ਪੈਂਦੇ ਸੀ ਮੁੰਡੇ ਤੇ ਚਲੋ ਉਦੋਂ ਹਟਾਈ ਦੁਪਹਿਰ ਦੇ ਟਾਈਮ ਦੇ ਵਿੱਚ ਹੋ ਗਈ ਹੈ। ਉਹਨਾਂ ਨੇ ਮੁੜ ਕੇ ਰਾਤ ਨੂੰ 8 ਵਜੇ ਮੇਰੇ ਘਰ ਵਾਲਾ ਮੰਡੀ ਦੇ ਵਿੱਚ ਜਾਂਦਾ ਸੀਗਾ ਤੇ ਮੰਡੀ ਦੇ ਵਿੱਚ ਚੱਲੇ ਆ 8:15 ਵਜੇ ਨਿਕਲੇ ਆ ਤੇ ਜਾਂਦਿਆਂ ਇਹਨਾਂ ਨੇ ਜਿਹੜੇ ਨਸ਼ਾ ਕਰਦੇ ਆ ਮੁੰਡੇ ਵੇਚਦੇ ਆ ਤੇ ਇਹਨਾਂ ਸਾਰਿਆਂ ਨੇ ਰਲ ਕੇ 5-7 ਮੁੰਡਿਆਂ ਨੇ ਇਹਨਾਂ ਤੇ ਜਾ ਕੇ ਤੇ ਹਮਲਾ ਕਰ ਦਿੱਤਾ। ਇਹਨਾਂ ਦੇ ਸੱਟਾਂ ਬਹੁਤ ਜ਼ਿਆਦੀਆਂ ਲਾਈਆਂ ਵਾ ਤੇ ਉਹਨਾਂ ਦਾ ਕੋਈ ਅਜੇ ਤੱਕ ਪੁਲਿਸ ਨੇ ਕੋਈ ਰਿਸਪੌਂਸ ਨਹੀਂ ਦਿੱਤਾ। 12 ਤਰੀਕ ਦੀ ਮੈਂ ਦਰਖਾਸਤ ਦਿੱਤੀ ਆ ਤੇ ਹਸਪੀਟਲ ਦੇ ਵਿੱਚ ਦਾਖਲ ਕਰਾਏ। ਉਹਨਾਂ ਦੀ ਹਾਲਤ ਇਹ ਉਹਨਾਂ ਦੇ ਹੱਥ ਦਾ ਜਿਸ ਤਰ੍ਹਾਂ ਹੱਥ ਕਰਦੇ ਰਹੇ ਉਹਨਾਂ ਦੇ ਗਾੜੀ ਤੇ ਮੂੰਹ ਤੇ ਬਹੁਤ ਜ਼ਿਆਦੀਆਂ ਸੱਟਾਂ ਤੇ ਪੁਲਿਸ ਨੇ ਕੋਈ ਰਿਸਪੌਂਸ ਨਹੀਂ ਦਿੱਤਾ। ਮੈਂ ਕੱਲ ਵੀ ਆਈ ਸੀ 2:30-3 ਵਜੇ, ਉਦੋਂ ਵੀ ਕਿਸੇ ਨਹੀਂ, ਮੈਂ ਹਾਰ ਕੇ ਅੱਕ ਕੇ ਕਿ ਰੱਬ ਵਰਗਾ ਬੰਦਾ ਸੀਗਾ, ਇਹਦੇ ਪਿੱਛੇ ਮੈਨੂੰ ਜਾਣ ਦੇਣੀ ਪਈ, ਮੈਂ ਉਹ ਵੀ ਦੇਣ ਲਈ ਤਿਆਰ ਹਾਂ। ਇਹ ਅੱਜ ਮੇਰੀ ਪੋਸਟਿੰਗ ਹੋਈ ਆ, ਮੈਂ ਅੱਜ ਹੀ ਆਇਆ। ਝਗੜਾ 12 ਤਰੀਕ ਦਾ, ਇਹਦਾ ਘਰ ਵਾਲਾ ਦਾਖਲ ਹੋਇਆ, ਅਜੇ ਤੱਕ MLR ਨਹੀਂ ਆਈ। ਇਹਦੇ ਲੜਕੇ ਵੀ ਲੜੇ ਆ ਤੇ ਦੂਜੀ ਪਾਰਟੀ ਵੀ ਲੜੀ ਆ। ਫੜਨ ਵਾਸਤੇ ਮੈਂ ਮੁਲਾਜ਼ਮ ਭੇਜ ਦਿੱਤੇ ਆ, ਬਾਕੀ ਵੈਰੀਫਾਈ ਕਰ ਲਾਂਗੇ ਹਰ ਚੀਜ਼ ਨੂੰ। ਜਿਹੜੇ ਨਸ਼ੇ ਵਿਕਣ ਵਾਲੀ ਗੱਲ ਕਰਦੀ ਆ, ਅਮਲੀ ਆ, ਇਹਨੇ ਅੱਜ ਸਾਡੀ ਨੌਲੇਜ 'ਚ ਲਿਆਂਦਾ, ਪਹਿਲਾਂ ਇਹਨੇ ਕਦੀ ਨੌਲੇਜ ਨਹੀਂ ਲਿਆਂਦੀ ਇਹ ਗੱਲ।
ਤੇ ਫਿਰ ਵੀ ਅਸੀਂ ਜਿਹੜਾ ਬੰਦਾ ਨਸ਼ਾ ਵੇਚੇਗਾ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਤੇ ਉਹਨੂੰ ਜੇਲ੍ਹ ਭੇਜਾਂਗੇ। ਇਹਨਾਂ ਵੱਲੋਂ ਬਾਈ ਨੇਮ ਨਾਂ ਦੱਸਿਆ ਗਿਆ ਜਾਂਦਾ, ਇੱਕ ਬੰਦੇ ਦਾ ਇਹਨਾਂ ਬਾਈ ਨੇਮ ਨਾਂ ਲਗਾਇਆ ਵਾ। ਅਸੀਂ ਉਹਨੂੰ ਜਲਦੀ ਹੀ ਜੇ ਵੇਚਦਾ ਤੇ ਨਸ਼ੇ ਨਾਲ ਕਾਬੂ ਕਰਾਂਗੇ। ਗੁਰਦਾਸਪੁਰ ਪੁਲਿਸ ਨੇ ਪਿੰਡ ਕਾਲਾਬਾਲਾ ਵਿਖੇ ਨਾਕੇਬੰਦੀ ਕਰ ਸੀ ਕੈਟਾਗਰੀ ਦੇ 2 ਗੈਂਗਸਟਰ ਸ਼ੁਭਮ ਭੰਡਾਰੀ ਅਤੇ ਗੁਰਪ੍ਰੀਤ ਸਿੰਘ ਗੋਪੀ ਨੂੰ 2 ਪਿਸਟਲ ਅਤੇ ਇੱਕ ਦੇਸੀ ਕੱਟਾ 21 ਰੌਂਦਾ ਸਮੇਤ गिरफ्तार किया है। ਇਹ यूपी तो नजायज़ हथियार लिया के वेचण की फिराक विच सन। नौजवान पुलिस इस मामले की जांच कर रही है तो होर कई वड्डे खुलासे होने की उम्मीद है। गुरदासपुर का CIA इंचार्ज की जिहड़ी टीम है तो स्पैशल सैल है जिहदे च कि ASI जसवीर सिंह ते हैड कांस्टेबल गुरविंदर सिंह इन्हां ने परसों राती नाके ते ਜਿਹੜਾ ਇੱਕ ਸ਼ੁਭਮ ਭੰਡਾਰੀ ਨਾਮ ਦਾ ਵਿਅਕਤੀ ਜਿਹੜਾ ਕਿ ਕੈਟਾਗਰੀ C ਦਾ ਕ੍ਰਿਮੀਨਲ ਹੈ ਉਹਨੂੰ ਨਾਕਾ ਚੈਕਿੰਗ ਤੇ ਉਹਨੂੰ ਗ੍ਰਿਫਤਾਰ ਕੀਤਾ ਤੇ ਉਹ ਤੋਂ ਪੁੱਛਗਿੱਛ ਦੌਰਾਨ ਉਹਨਾਂ ਨੂੰ ਇੱਕ ਪਿਸਟਲ ਜਿਹੜਾ ਹੈਗਾ ਉਸ ਵਿਅਕਤੀ ਤੋਂ ਬਰਾਮਦ ਹੋਇਆ ਔਰ ਇਹਦੇ ਨਾਲ ਗੁਰਪ੍ਰੀਤ ਗੋਪੀ ਨਾਮ ਦਾ ਵੀ ਕ੍ਰਿਮੀਨਲ ਇਹਦੇ ਨਾਲ ਫੜਿਆ ਗਿਆ ਸੀ। ਇਹ ਦੋਵੇਂ ਬੁਲਟ ਮੋਟਰਸਾਈਕਲ ਤੇ ਇੱਥੋਂ ਪਾਸ ਕਰ ਰਹੇ ਸੀਗੇ। ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਹੈਗੇ। ਜਿਹੜਾ ਸ਼ੁਭਮ ਭੰਡਾਰੀ ਹੈ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਤੋਂ ਤੇ ਜਿਹੜਾ ਗੁਰਪ੍ਰੀਤ ਗੋਪੀ ਹੈ ਉਹ ਛਿਆਟੇ ਦਾ ਰਹਿਣ ਵਾਲਾ ਹੈ ਔਰ ਇਹ ਗੁਰਪ੍ਰੀਤ ਗੋਪੀ ਪਹਿਲਾਂ ਸਨੈਚਿੰਗ ਵਗੈਰਾ ਕਰਦਾ ਰਿਹਾ ਔਰ ਸ਼ੁਭਮ ਭੰਡਾਰੀ ਤੇ 3 ਮੁਕੱਦਮੇ ਪਹਿਲਾਂ ਵੀ ਦਰਜ ਨੇ ਜਿਹਦੇ ਵਿੱਚ ਕਿ ਉਸ ਵੱਲੋਂ ਅਸਲੇ ਦੀ ਜਿਹੜੀ ਹੈਗੀ ਵਰਤੋਂ ਕੀਤੀ ਗਈ ਸੀਗੀ ਔਰ ਇਸ ਤੋਂ ਇਲਾਵਾ ਹੁਣ ਜਿਹੜੇ ਰਿਮਾਂਡ ਦੇ ਦੌਰਾਨ ਇਸ ਵਿਅਕਤੀ ਤੋਂ 2 ਪਿਸਟਲ ਤੇ ਇੱਕ ਦੇਸੀ ਕੱਟਾ ਬਰਾਮਦ ਕੀਤਾ ਗਿਆ ਅਤੇ 21 ਦੇ ਕਰੀਬ ਕਾਰਤੂਸ ਜਿਹੜੇ ਨੇ 32 ਬੋਰ ਦੇ ਇਸ ਵਿਅਕਤੀ ਤੋਂ ਬਰਾਮਦ ਕੀਤੇ ਗਏ ਨੇ। ਇਸ ਵਿਅਕਤੀ ਦਾ ਜਿਹੜਾ ਲਿੰਕ ਹੈਗਾ UP ਦੇ ਵਿੱਚ ਇੱਕ ਰਾਹੁਲ ਨਾਮ ਦੇ ਵਿਅਕਤੀ ਨਾਲ ਹੈ ਜਿਸ ਨੇ ਕਿ ਇਹਨੂੰ ਇਹ 3 ਪਿਸਟਲ ਜਿਹੜੇ ਹੈਗੇ ਸਪਲਾਈ ਕੀਤੇ ਸੀਗੇ ਜਿਹੜੇ ਇਹਨੇ ਉਸ ਵਿਅਕਤੀ ਤੋਂ ਸਸਤੇ 'ਚ ਖਰੀਦ ਕੇ ਤੇ ਇੱਥੇ ਕਿਸੇ ਹੋਰ ਗ੍ਰਾਹਕ ਨੂੰ ਜਿਹੜੇ ਸੀ ਵੇਚਣੇ ਸੀਗੇ। ਜਲੰਧਰ ਦੇ ਸ਼ਿਵਨਗਰ 'ਚ 2 ਫੈਕਟਰੀਆਂ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਅੱਗ ਲੱਗਣ ਦੇ ਕਾਰਨ ਅਜੇ ਤੱਕ ਸਪਸ਼ਟ ਨਹੀਂ ਹੋ ਸਕੇ। ਉੱਥੇ ਹੀ ਸੂਚਨਾ ਪਾ ਕੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ਤੇ ਕਾਬੂ ਪਾਇਆ। ਇਸ ਮੌਕੇ ਤੇ ਖੇਤਰ ਦੇ ਕੌਂਸਲਰ ਵਿੱਕੀ ਕਾਲੀਆ ਨੇ ਕਿਹਾ ਹੈ ਕਿ ਜਿਵੇਂ ਅੱਗ ਲੱਗਣ ਦੀ ਸੂਚਨਾ ਮਿਲੀ ਤਾਂ ਉਹਨਾਂ ਵੱਲੋਂ ਤੁਰੰਤ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਗਿਆ ਤੇ ਉਹ ਆਪ ਵੀ ਤੁਰੰਤ ਉੱਥੇ ਪਹੁੰਚ ਗਏ ਤੇ ਅੱਗ ਤੇ ਕਾਬੂ ਪਾਇਆ ਗਿਆ। ਕੌਂਸਲਰ ਵਿੱਕੀ ਕਾਲੀਆ ਵਾਰਡ ਨੰਬਰ 64 ਮੇਰਾ ਆਫਿਸ ਬਿਲਕੁਲ ਨਾਲ ਹੀ ਹੈ ਤੇ ਮੈਨੂੰ ਇਨਫੋਰਮੇਸ਼ਨ ਆਈ ਮੈਂ ਇੰਡਸਟਰੀਅਲ ਰੋਡ ਤੇ ਸੀਗਾ ਤੇ ਬੈਰਿੰਗ ਹਾਊਸ ਦੇ ਤੇ ਮਾਸਟਰ ਕਿਚਨ ਦੇ ਫਾਇਰ ਹੋਈ ਹੈ। ਫਾਇਰ ਤੋਂ ਬਾਅਦ ਇਮੀਡੀਏਟ ਮੈਂ ਜਸਵੰਤ ਜੀ ਫਾਇਰ ਇੰਸਪੈਕਟਰ ਨੂੰ ਫੋਨ ਕੀਤਾ। ਇਮੀਡੀਏਟ ਮੌਕੇ ਤੇ ਗੱਡੀਆਂ ਆ ਗਈਆਂ 3 ਗੱਡੀਆਂ। ਪ੍ਰਸ਼ਾਸਨ ਨੇ ਬਹੁਤ ਵਧੀਆ ਕਵਰ ਕੀਤਾ ਆਪਣੀ ਜਾਨ ਤੇ ਖਿੜ ਕੇ ਵੀ ਕੰਮ ਕੀਤਾ। 4-5 ਸਿਲੰਡਰ ਸੀਗੇ ਉੱਪਰ ਉਹ ਵੀ ਲਾਏ ਗਏ ਨਹੀਂ ਤਾਂ ਹੋਰ ਬਹੁਤ ਵੱਡਾ ਹਾਦਸਾ ਹੋ ਸਕਦਾ ਸੀਗਾ। ਕੋਈ ਜਾਨੀ ਮਾਲ ਦਾ ਨੁਕਸਾਨ ਨਹੀਂ ਹੋਇਆ। ਇਹ ਬਹੁਤ ਵੱਡਾ ਪਰਮਾਤਮਾ ਦਾ ਸ਼ੁਕਰ ਆ। ਪਰ ਜਿਹੜਾ ਵੀ ਕੋਈ ਨੁਕਸਾਨ ਹੋਇਆ ਇਹਦੇ ਬਾਰੇ ਅਸੀਂ ਪ੍ਰਸ਼ਾਸਨ ਨੂੰ ਵੀ ਬੁਲਾ ਲਿਆ ਗਿਆ। ਲਾਈਟ ਬੰਦ ਕਰਾਤੀ ਗਈ ਸੀਗੀ। ਸਾਰਾ ਕੰਮ ਹੋ ਗਿਆ। ਹੁਣ ਇਸ ਚੀਜ਼ ਦੀ ਸਰਚ ਕਰਾਂਗੇ ਕਿ ਇਹਨਾਂ ਦਾ ਜਿਹੜਾ ਵੀ ਹੈਗਾ ਕੰਮ ਕਿਉਂ ਅੱਗ ਲੱਗੀ ਆ ਉਹਦੇ ਬਾਰੇ ਸੋਚਾਂਗੇ ਵਿਚਾਰ ਕਰਾਂਗੇ। ਪਤਾ ਵੀ ਲੱਗਾ ਜਦੋਂ ਅੱਗ ਲੱਗੀ ਸੀ ਫੈਮਿਲੀ ਮੈਂਬਰ ਵੀ ਅੰਦਰ ਸੀਗੇ। ਫੈਮਿਲੀ ਮੈਂਬਰ ਸੀਗੇ ਅੰਦਰ ਉੱਪਰ ਕਿਰਾਏ ਤੇ ਰਹਿੰਦੇ ਬੰਦੇ। ਉਹ ਅੱਗ ਲੱਗਣ ਤੋਂ ਬਾਅਦ ਇਮੀਡੀਏਟ ਨੀਚੇ ਆ ਗਏ। ਉਸ ਤੋਂ ਬਾਅਦ ਸਾਰੇ ਸੇਫ ਆ। ਤੇ ਗੱਲ ਕਰੀਏ ਸ਼ੋਰੂਮ ਕਿਸ ਚੀਜ਼ ਦਾ? ਇੱਥੇ ਕਿਚਨ ਦਾ ਸਮਾਨ ਬਣਦਾ ਹੈ। ਕਿਚਨ ਐਕਸੈਸਰੀ ਬਣਦੀ ਆ। ਉੱਧਰ ਟ੍ਰੇਡਿੰਗ ਦਾ ਕੰਮ ਹੁੰਦਾ ਹੈ। ਉਹ ਦੋਨੋਂ ਅਲੱਗ-ਅਲੱਗ ਯੂਨਿਟ ਨੇ। ਉੱਥੇ ਟ੍ਰੇਡਿੰਗ ਦਾ ਕੰਮ ਹੁੰਦਾ ਇੱਥੇ ਕਿਚਨ ਦੀ ਐਕਸੈਸਰੀ ਬਣਦੀ ਹੈ। ਲੱਕੜ ਦਾ ਸਮਾਨ ਵਗੈਰਾ ਹੋਰ ਕਿਚਨ ਦਾ ਜੋ ਵੀ ਹੋਮ ਅਪਲਾਇੰਸਿਸ ਦੀਆਂ ਹੈਗੀਆਂ ਆਈਟਮਾਂ ਉਹ ਬਣਦੀਆਂ ਹੈਗੀਆਂ। ਤੇ ਅੱਗ ਲੱਗੀ ਕਿਦੋਂ? ਇਹ ਤਾਂ ਹੁਣ ਪਤਾ ਲੱਗੇਗਾ ਸ਼ੋਰਟ ਸਰਕਟ ਅੱਗ ਹੋਈ ਹੈ ਕਾਹਦੇ ਨਾਲ ਹੋਈ ਹੈ। ਕਹਿੰਦਾ ਮਤਲਬ ਅੱਗ ਕਿਹੜੇ ਸ਼ੋਰੂਮ ਨੂੰ ਪਹਿਲਾਂ ਲੱਗੀ ਸੀ? ਪਹਿਲਾਂ ਮੇਰੇ ਖਿਆਲ ਅੱਗ ਇੱਥੇ ਲੱਗੀ ਹੈ ਜੀ। ਓਕੇ ਹਾਂ ਉਸ ਤੋਂ ਬਾਅਦ ਅੱਗ ਦੋਨੋਂ ਪਾਸੇ ਮੂਵ ਕੀਤੀ ਹੈ। ਓਕੇ ਮੂਵ ਕਰਨ ਤੋਂ ਬਾਅਦ ਅੱਗ ਕਾਫੀ ਵੱਧ ਗਈ ਸੀ ਕਿ ਸਾਡੇ ਪ੍ਰਸ਼ਾਸਨ ਨੇ ਬਹੁਤ ਹੀ ਮਿਹਨਤ ਕਰਕੇ 1 ਘੰਟਾ ਮੁਸ਼ੱਕਤ ਕਰਨ ਤੋਂ ਬਾਅਦ ਸਾਡੇ ਜਸਵੰਤ ਜੀ ਨਰੇਸ਼ ਜੀ ਇਹਨਾਂ ਸਾਰੇ ਮੇਰੇ ਸਾਥੀਆਂ ਨੇ ਇੱਕ ਅੱਗ ਤੇ ਕਾਬੂ ਪਾਇਆ। ਅੰਮ੍ਰਿਤਸਰ ਦੇ ਗੋਲਡਨ ਐਵੀਨਿਊ ਖੇਤਰ ਵਿੱਚ ਉਸ ਸਮੇਂ ਵੱਡਾ ਹਾਦਸਾ ਹੋ ਗਿਆ ਜਦੋਂ ਕੱਪੜੇ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਤੇ ਪੂਰੀ ਇਮਾਰਤ ਨੂੰ ਇਸ ਦਾ ਨੁਕਸਾਨ ਝੱਲਣਾ ਪਿਆ। ਅੱਗ ਬੁਝਾਊ ਦਸਤਿਆਂ ਮੁਤਾਬਿਕ ਤੰਗ ਰਾਸਤਾ ਹੋਣ ਕਰਕੇ ਅੱਗ ਬੁਝਾਉਣ ਵਿੱਚ ਕਾਫੀ ਮੁਸ਼ਕਿਲ ਆਈ ਕਿਉਂਕਿ ਉਸ ਜਗ੍ਹਾ ਤੇ ਗੱਡੀਆਂ ਪਹੁੰਚ ਨਾ ਸਕੀਆਂ। ਇਸ ਮੌਕੇ ਹਲਕਾ ਵਿਧਾਇਕ ਜੀਵਨ ਜੋਤ ਕੌਰ ਮੌਕੇ ਤੇ ਪਹੁੰਚੀ ਤੇ ਸਥਿਤੀ ਦਾ ਜਾਇਜ਼ਾ ਲਿਆ। ਦੇਖੋ ਕੱਪੜਿਆਂ ਦਾ ਕੋਈ ਪੁਰਾਣੇ ਕੱਪੜਿਆਂ ਦਾ ਇੱਕ ਗੋਡਾਊਨ ਇੱਥੇ ਹੈ ਜਿਹੜਾ ਜਿੱਥੇ ਸਟੋਰ ਕਰਕੇ ਵੇਚਦੇ ਪੁਰਾਣੇ ਕੱਪੜੇ। ਸੋ ਉੱਥੇ ਅੱਜ ਇੱਕ ਅੱਗ ਲੱਗੀ ਸੀ। ਜਿਵੇਂ ਸਾਨੂੰ ਪਤਾ ਲੱਗਾ ਅਸੀਂ ਉੱਥੇ ਰਸ਼ ਕੀਤਾ। ਸੋ ਸ਼ੁਕਰ ਵਾਲੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕੱਪੜਿਆਂ ਦਾ ਕਾਫੀ ਨੁਕਸਾਨ ਹੋ ਚੁੱਕਾ ਉਹਨਾਂ ਦਾ। ਉਹਦਾ ਅਸੀਂ ਲੇਟਰ ਵੇਖਦੇ ਵੀ ਉਹਨਾਂ ਨੂੰ ਕਿਵੇਂ ਅਸੀਂ ਹੈਲਪ ਕਰ ਸਕਦੇ ਹਾਂ। ਦੂਸਰੀ ਜਿਹੜੀ ਗੱਲ ਇੱਥੇ ਮੈਂ
ਮੇਜਰ ਤੌਰ ਤੇ ਦੱਸਣਾ ਚਾਹੁੰਦੀ ਕਿ ਜਦੋਂ ਮੈਂ ਰਸਤੇ 'ਚ ਆ ਰਹੀ ਸੀ ਤਾਂ ਇਹ ਹਾਈ ਵੋਲਟੇਜ ਇਲੈਕਟ੍ਰਿਸਿਟੀ ਵਾਇਰਸ ਦੇ ਕਰਕੇ ਅੱਜ ਫਾਇਰ ਬ੍ਰਿਗੇਡ ਵੀ ਉੱਥੇ ਕਾਫੀ ਦੇਰ ਰੁਕੀ ਰਹੀ ਹੈ। ਉਹ ਤਾਰਾਂ ਫਸ ਗਈਆਂ ਸੀ ਵਿੱਚ ਤੇ ਉਹਦੇ ਉੱਤੇ ਜਿਹੜਾ ਜਿਵੇਂ ਅਸੀਂ ਪਹਿਲਾਂ ਵੀ ਕਹਿ ਰਹੇ ਸੀਗੇ ਉਹਦੇ ਉੱਤੇ ਕੰਮ ਵੀ ਚੱਲ ਰਿਹਾ ਹੈ, ਪਰ ਉਹਨੂੰ ਥੋੜਾ ਸਮਾਂ ਲੱਗੇਗਾ। ਪਰ ਬੜੇ ਦੁੱਖ ਦੀ ਗੱਲ ਹੈ ਕਿ ਇਸ ਤਰ੍ਹਾਂ ਇਹ ਵਾਇਰਸ ਦੇ ਕਰਕੇ ਅਗਰ ਐਮਰਜੈਂਸੀ ਪੈਂਦੀ ਹੈ ਤਾਂ ਫਾਇਰ ਬ੍ਰਿਗੇਡ ਨੂੰ ਵੀ ਜਿੱਦਾਂ ਰੁਕਾਵਟ ਆ ਰਹੀ ਸੀਗੀ। ਸੋ ਬਟ ਹੈਵਿੰਗ ਸੈਡ ਦੈਟ ਸ਼ੁਕਰ ਵਾਲੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਮੈਨੂੰ ਪਤਾ ਲੱਗਿਆ ਕਿ ਨਿਆਣੇ ਨੇ ਪਟਾਕਾ ਚਲਾਉਣ ਨਾਲ ਐਡਾ ਵੱਡਾ ਹਾਦਸਾ ਹੋ ਗਿਆ। ਨਹੀਂ, ਅਜੇ ਤੱਕ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਹੈ। ਬਾਕੀ ਪਟਾਕੇ ਵਾਲੀ ਗੱਲ ਨਹੀਂ ਹੈ, ਸ਼ਾਇਦ ਉਹਨਾਂ ਦੇ ਅੰਦਰ ਸ਼ੈਡਸ ਹੈ, ਉਹ ਰਹਿੰਦੇ ਵੀ ਅੰਦਰ ਹੈ। ਸੋ ਆਮ ਸ਼ੋਰ ਜੇ ਅੰਦਰ ਰਹਿ ਰਹੇ ਆ ਤੇ ਖਾਣਾ ਵੀ ਬਣਾ ਰਹੇ ਹੋਣਗੇ। ਪਟਾਕਿਆਂ ਵਾਲੀ ਅਜੇ ਤੱਕ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈ। ਦੋ ਉਹਦੇ ਤੇ ਇਨਕੁਆਇਰੀ ਅਜੇ ਚੱਲਦੀ ਪਈ ਹੈ, ਬਹੁਤ ਜ਼ਿਆਦਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਹਿ ਰਿਹਾ, ਕਿਉਂਕਿ ਸਾਰਿਆਂ ਦਾ ਧਿਆਨ ਪਹਿਲੇ ਇਸ ਦੇ ਉੱਤੇ ਸੀ ਕਿ ਅੱਗ ਬੁਝਾਈ ਜਾਣੀ ਚਾਹੀਦੀ ਹੈ। ਸੋ ਇਹਨੂੰ ਕੁਝ ਸਮਾਂ ਲੱਗੇਗਾ ਇਸ ਸਿੱਟੇ ਤੇ ਪਹੁੰਚਣ ਲਈ ਵੀ ਅੱਗ ਲੱਗੀ ਕਿਉਂ ਹੈ। ਐਵਨਿਊ ਦੇ ਵਿੱਚ ਇੱਥੇ ਇੱਕ ਕੱਪੜੇ ਦਾ ਇਹਨਾਂ ਨੇ ਨਾ ਇੱਕ ਡੰਪ ਟਾਈਪ ਲਾਇਆ ਹੋਇਆ, ਪ੍ਰਵਾਸੀ ਮਜ਼ਦੂਰ ਹੈ ਤੇ ਹੈ ਤੇ ਰਿਹਾਇਸ਼ੀ ਇਲਾਕਾ, ਲੇਕਿਨ ਇਹਨਾਂ ਨੇ ਆਈ ਥਿੰਕ ਕਿਰਾਏ ਤੇ ਲੈ ਕੇ ਸ਼ਾਇਦ ਇਹਨਾਂ ਨੇ ਡੰਪ ਕੀਤਾ ਹੈ, ਉੱਥੇ ਅੱਗ ਲੱਗੀ ਹੈ ਤੇ ਫਾਇਰ ਬ੍ਰਿਗੇਡਸ ਮੰਗਾਈਆਂ ਸੀਗੀਆਂ ਤੇ ਹੁਣ ਕਾਬੂ ਪਾ ਲਿਆ ਜੀ ਤੇ ਅੱਗ ਤਕਰੀਬਨ ਖਤਮ ਕਰ ਦਿੱਤੀ, ਬੁਝਾਈ ਦਿੱਤੀ ਹੈ ਜੀ। ਸਰ ਪਤਾ ਲੱਗਿਆ ਕਿ ਇਨਸਾਨੀ ਨਹੀਂ, ਇਨਸਾਨੀ ਕੁਝ ਨਹੀਂ, ਸ਼ਾਇਦ ਆਈ ਥਿੰਕ ਲੱਗਦਾ ਕਿ ਇਹਨਾਂ ਦੇ ਦੋ ਕੋਈ ਵਹੀਕਲ ਹੈਗਾ, ਮੋਟਰਸਾਈਕਲ ਹੈ, ਕੋਈ ਕਨੈਟਿਕ ਹੈ, ਸ਼ਾਇਦ ਉਹ ਸੜੀ ਹੈ ਵਿੱਚ। ਤੇ ਸਰ ਪਤਾ ਲੱਗਿਆ ਸੀ ਗੱਡੀਆਂ ਆਉਣ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਨਹੀਂ, ਉਹ ਮੁਸ਼ਕਿਲ ਇਹ ਹੈ ਕਿ ਉਹ ਜਿਹੜਾ ਆਪਣਾ ਜੋੜਾ ਫਾਟਕ ਦੇ ਜਿਹੜਾ ਕੰਸਟਰਕਸ਼ਨ ਚੱਲਦੀ ਪਈ ਹੈ, ਉਹ ਗੱਡੀਆਂ ਵੱਡੀਆਂ ਔਰ ਗਲੀਆਂ ਵੀ ਛੋਟੀਆਂ ਨੇ, ਤੇ ਉਹ ਫਿਰ ਪ੍ਰੋਬਲਮ ਤੇ ਆਉਣੀ ਸੀਗੀ। ਜਿਹੜੀ ਛੋਟੀ ਗੱਡੀ ਸੀਗੀ ਫਾਇਰ ਬ੍ਰਿਗੇਡ ਦੀ, ਉਹ ਤਾਂ ਉਸੇ ਲਈ ਆ ਗਈ ਜੀ। ਕੋਈ ਕਾਰਨ ਪਤਾ ਲੱਗਿਆ ਸਰ? ਨਹੀਂ, ਕਾਰਨ ਹੀ ਆਪੋ ਆਪਣੀ ਪ੍ਰਜ਼ੰਪਸ਼ਨ ਦੱਸੀ ਜਾਂਦੇ ਨੇ, ਹਜੇ ਕਾਰਨ ਦਾ ਕੋਈ ਪਤਾ ਨਹੀਂ ਲੱਗਾ ਜੀ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।